ਸਰ ਉਹਨੇ ਥੋੜ੍ਹੇ ਉਹਦਾ ਕਰਜ਼ਾ ਸੀ, ਉਹ ਵਿਆਜੀ ਪੈਸੇ ਚੁੱਕੇ ਸੀ, ਉਹਨੂੰ ਤੰਗ ਕਰਦੇ ਪਏ ਸੀ ਵਿਆਜ ਵੇਲੇ। ਮੈਂ ਕਿਹਾ ਤੂੰ ਪਾਗਲ ਹੈਗਾ, ਪਿੱਛੇ ਤੇਰਾ ਬੇਟਾ ਹੈਗਾ ਵਾ, ਉਹਦਾ ਕੀ ਵਿਚਾਰੇ ਦਾ ਬਣੇਗਾ। ਕਿੰਨਾ ਕੁ ਪੈਸਾ ਸਰ? 2.5-3 ਲੱਖ ਰੁਪਏ। ਕਿ ਇਹ ਮੌਤ ਜਿਹੜੀ ਹੈ ਉਹ ਰਾਸ਼ਨ ਕਰਕੇ ਨਹੀਂ, ਕੰਮਕਾਰ ਬੰਦ ਕਰਕੇ ਹੋਈ ਹੈ। 20 ਲੱਖ ਕਰੋੜ ਰੁਪਏ ਦਾ ਪੈਕੇਜ ਜਿਹੜਾ ਮੋਦੀ ਸਾਹਿਬ ਨੇ ਦਿੱਤਾ, ਕਿਹਦੀ ਸਮਝ 'ਚ ਆਇਆ? ਅੱਜ ਤੁਸੀਂ ਸਿੰਗਲ ਕਿਸੇ ਬੰਦੇ ਨੂੰ ਪੁੱਛ ਲਓ ਵੀ ਤੈਨੂੰ ਸਮਝ ਆਇਆ? ਇਹ 2 ਕੇਸ ਹੋਏ ਨੇ, ਜੇ ਬਹੁਤੇ ਦਿਨੇ ਹਾਲਾਤ ਨਾ ਸੁਧਰੇ, ਮੈਂ ਫਿਰ ਕਹਿਣਾ ਕਿ ਕਰੋਨਾ ਨਾਲ ਉਨੀਆਂ ਮੌਤਾਂ ਨਹੀਂ ਸੀ ਹੋਣੀਆਂ ਜਿੰਨੀਆਂ ਮੌਤਾਂ ਇਹਨਾਂ ਤਰੀਕਿਆਂ ਦੇ ਨਾਲ ਹੋਣੀਆਂ ਸ਼ੁਰੂ ਹੋ ਗਈਆਂ ਨੇ। ਔਰ ਕੇਂਦਰ ਸਰਕਾਰ ਨੇ ਕੀ ਦਿੱਤਾ, ਪੰਜਾਬ ਸਰਕਾਰ ਨੇ ਕੀ ਦਿੱਤਾ? ਤਾੜੀਆਂ ਵਜਾ ਲਓ, ਮੋਮਬੱਤੀਆਂ ਜਗਾ ਲਓ, ਥਾਲੀਆਂ ਖੜਕਾ ਲਓ, ਕੋਠਿਆਂ ਤੇ ਚੜ੍ਹ ਜਾਓ, ਚੈਨਲ ਵੀ ਸਾਰਾ ਕੁਝ ਵਿਖਾਉਂਦੇ ਹੋ, ਲੋਕਾਂ ਦੀਆਂ ਇਹੋ ਰੋਜ਼ਮਰਾ ਦੀਆਂ ਮੁਸ਼ਕਲਾਂ ਦਿਖਾਓ। ਕੱਲਾ ਕਰੋਨਾ ਨੂੰ ਨਾ ਸਾਰਾ ਕੁਝ ਸਮਝ ਲਓ ਕਿ ਕਰੋਨਾ ਨਾਲ ਹੀ ਤਬਾਹ ਹੋਣਾ। 25,000 'ਚ ਆਪਾਂ ਕੁੰਡਾ ਖੜਕਾ ਕੇ ਪੁੱਛਾਂਗੇ ਤੁਹਾਨੂੰ ਰਾਸ਼ਨ ਮਿਲਿਆ ਕਿ ਨਹੀਂ ਮਿਲਿਆ, ਤੇ ਇੱਥੇ ਨਤਾਰਾ ਕਰ ਦਿਓ ਜੇ ਮੈਂ ਝੂਠਾ ਹਾਂ ਤੇ ਸਰਕਾਰ ਮੇਰੇ ਤੇ 420 ਦਾ ਪਰਚਾ ਦੇਵੇ ਤੇ ਮੈਨੂੰ ਫੜ ਕੇ ਫਾਂਸੀ ਲਾ ਦਿਓ। ਸਿੱਧੂ ਸਾਹਿਬ ਦੇਖਦੇ ਆ ਫੇਸਬੁੱਕ ਤੇ ਵੀਡੀਓ ਪਾਉਂਦੇ, ਕਹਿੰਦੇ ਕੋਈ ਬੰਦਾ ਰਹਿ ਨਾ ਜਾਵੇ, ਘਰ ਘਰ ਰਾਸ਼ਨ ਪਹੁੰਚਾ ਦਿਓ, ਪਰ ਤੁਸੀਂ ਉਹਨਾਂ ਨੂੰ ਵੀ ਕਟਹਿਰੇ 'ਚ ਖੜਾ ਕਰ ਲਿਆ। ਮੈਂ ਸਾਰੇ ਹਲਕੇ ਛੱਡ ਦਿਓ ਜੀ, ਮੈਂ ਨਾਂ ਨਹੀਂ ਸੀ ਲੈਣਾ ਚਾਹੁੰਦਾ, ਤੁਸੀਂ ਲੈ ਲਿਆ। ਮੇਰੀ ਨਜ਼ਰ 'ਚੋਂ ਬਹੁਤ ਗਿਰਿਆ ਹੋਇਆ ਬੰਦਾ 10 ਕਿਲੋ ਆਟਾ 5 ਕਿਲੋ 'ਚ ਕਰ ਦਿੱਤਾ ਸੀ। ਪਹਿਲੀ ਗੱਲ ਤੇ ਇਹੋ ਹੀ ਗੁਨਾਹ ਬਣਦਾ ਕਿ ਸਰਕਾਰ ਨੇ ਕੁਝ ਭੇਜਿਆ ਹੋਵੇ, ਤੁਸੀਂ ਵੰਡੋ ਅੱਗੇ। ਤੁਹਾਡਾ ਹਲਕਾ ਤੇ ਅਸੀਂ ਰਾਸ਼ਨ ਵੰਡਿਆ ਅੰਮ੍ਰਿਤਸਰ ਦੇ ਵਿੱਚ, ਸਭ ਤੋਂ ਵੱਧ ਡਿਮਾਂਡ ਹੀ ਸਿੱਧੂ ਸਾਹਿਬ ਦੇ ਹਲਕੇ 'ਚੋਂ ਆਉਂਦੀ ਹੈ। ਮੈਂ ਤੁਹਾਨੂੰ ਕੀ ਦੱਸਾਂ, 1 ਕਰੋੜ 36 ਲੱਖ ਦਾ ਹਿਸਾਬ ਤੇ ਦਿਓ ਕੈਸ਼, ਤੁਸੀਂ ਆਪਣੇ ਘਰ ਰੱਖ ਰਿਹਾ ਵਿਹਲੇ, ਤੁਹਾਨੂੰ ਮੋਦੀ ਨੇ ਕੀਤਾ ਹੋਇਆ ਨਾ, ਤੁਸੀਂ ਕਿਸੇ ਟੀਵੀ ਤੇ ਕੰਮ ਕਰ ਸਕਦੇ ਹੋ। ਮੇਰੀਆਂ ਗੱਲਾਂ ਦੇ ਜਵਾਬ ਦੇ ਵੀ ਆਹ ਸਕੈਂਡਲ ਨੇ, ਆਹ ਠੱਗੀਆਂ ਨੇ, ਕਿਉਂ ਨਹੀਂ ਤੁਸੀਂ ਇਹਨਾਂ ਦੇ ਜਵਾਬ ਦਿੰਦੇ? ਮੈਂ ਵੋਟਰ ਆ ਯਾਰ, ਪਰ ਮੈਂ ਸਿੱਧੂ ਸਾਹਿਬ ਨੂੰ ਕਹਿਣਾ ਕਿ ਤੁਸੀਂ ਪੰਜਾਬ ਦੀ ਆਵਾਜ਼ ਬਣ ਸਕਦੇ ਹੋ, ਪਰ ਪਹਿਲਾਂ ਇਹਨਾਂ ਕਪੜਿਆਂ ਦੇ ਉੱਤੇ ਸਫਾਈ ਤੇ ਦਿਓ। ਤਾਂ ਦਰਸ਼ਕੋ, ਕਰੋਨਾ ਵਾਇਰਸ ਨੂੰ ਲੈ ਕੇ ਸਾਡੇ ਦੇਸ਼ ਨੂੰ ਲੋਕਡਾਊਨ ਕੀਤਾ ਹੋਇਆ ਹੈ। ਪੰਜਾਬ ਦੇ ਵਿੱਚ ਕਰਫਿਊ ਲੱਗਾ ਹੋਇਆ ਹੈ। ਕਰਫਿਊ ਤੇ ਲੋਕਡਾਊਨ ਦੌਰਾਨ ਸਾਡੇ ਦੇਸ਼ ਵਾਸੀਆਂ ਨੂੰ, ਪੰਜਾਬ ਵਾਸੀਆਂ ਨੂੰ ਵੱਡੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਕੁਝ ਦਿਨ ਪਹਿਲਾਂ ਲੁਧਿਆਣਾ ਦੇ ਵਿੱਚ ਇੱਕ ਵਿਅਕਤੀ ਵੱਲੋਂ ਆਰਥਿਕ ਤੰਗੀ ਕਾਰਨ ਖੁਦਕੁਸ਼ੀ ਕਰ ਲਈ ਗਈ ਹੈ। ਔਰ ਇੱਕ ਹੋਰ ਮਾਮਲਾ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਸਾਹਮਣੇ ਆ ਰਿਹਾ ਹੈ। ਇੱਕ 29 ਸਾਲਾ ਨੌਜਵਾਨ ਵੱਲੋਂ ਘਰ ਦੀ ਆਰਥਿਕ ਤੰਗੀ ਕਾਰਨ, ਕੋਈ ਇਨਕਮ ਨਾ ਹੋਣ ਕਾਰਨ, ਕਿਸੇ ਕੱਪੜੇ ਦੀ ਦੁਕਾਨ ਤੇ ਕੰਮ ਕਰਦਾ ਸੀ, ਉੱਥੋਂ ਉਹਨੂੰ ਜਵਾਬ ਮਿਲ ਗਿਆ ਕਿ ਅਸੀਂ ਤੈਨੂੰ ਕੰਮ ਤੇ ਨਹੀਂ ਰੱਖ ਸਕਦੇ ਕਿਉਂਕਿ ਲੋਕਡਾਊਨ ਹੋਣ ਕਾਰਨ ਸਾਡਾ ਕੰਮਕਾਰ ਨਹੀਂ ਚੱਲ ਰਿਹਾ। ਨੌਜਵਾਨ ਪਰੇਸ਼ਾਨ ਸੀ, ਉਹਨੇ ਖੁਦਕੁਸ਼ੀ ਕਰ ਲਈ। ਨੌਜਵਾਨ ਪਿੱਛੇ ਇੱਕ ਬੇਟਾ ਔਰ ਆਪਣੀ ਧਰਮ ਪਤਨੀ ਨੂੰ ਰੋਂਦਿਆਂ ਕਰਲਾਉਂਦਿਆਂ ਛੱਡ ਗਿਆ। ਉਸ ਸੰਬੰਧੀ ਗੱਲਬਾਤ ਕਰਨ ਲਈ ਅਸੀਂ ਪਰਿਵਾਰ ਕੋਲ ਪਹੁੰਚੇ ਹਾਂ। ਉਹਨਾਂ ਦੇ ਬ੍ਰਦਰ ਸਾਡੇ ਨਾਲ ਨੇ। ਵੀਰੇ, ਕੀ ਹੋਇਆ ਕੀ ਸੀ? ਸੁਨੀਲ ਨੇ ਐਡਾ ਵੱਡਾ ਸਟੈਪ ਕਿਉਂ ਚੱਕਿਆ? ਸਰ ਉਹਨੇ ਥੋੜ੍ਹੇ ਉਹਦਾ ਕਰਜ਼ਾ ਸੀ, ਉਹ ਵਿਆਜੀ ਪੈਸੇ ਚੁੱਕੇ ਸੀ, ਉਹਨੂੰ ਤੰਗ ਕਰਦੇ ਪਏ ਸੀ ਵਿਆਜ ਵੇਲੇ। ਇੱਕ ਜਮਾਦਾਰ ਦੀ ਹਵੇਲੀ ਹੈਗਾ, ਸੋਨੂ ਮੁੰਡਾ ਹੈਗਾ ਵਾ, ਉਹ ਤੰਗ, ਜੋਸ਼ੀ ਹੈਗਾ ਵਾ, ਇੱਕ ਪਾਰਸ ਹੈਗਾ, 3 ਜਣੇ ਉਹਨੂੰ ਬਹੁਤ ਧਮਕੀਆਂ ਲਾਉਂਦੇ ਵੀ ਲੋਕਡਾਊਨ ਖੋਲ੍ਹਣ ਦੇ ਤੈਨੂੰ ਅਸੀਂ ਜੀਣਾ ਹਰਾਮ ਕਰ ਦੇਣਾ ਤੇਰਾ, ਇੱਦਾਂ ਹੀ ਪੈਸੇ ਤੇ ਕੋਲ ਲੈ ਕੇ। ਉਹ ਵਿਆਜ ਨਹੀਂ ਹੁਣ ਭਰ ਸਕਦਾ ਸੀ, ਉਹ ਤੰਗ ਹੋ ਚੁੱਕਾ ਸੀ, ਉਹਨੇ ਇਸ ਕਰਕੇ ਖੁਦ ਕੰਮ ਕੀਤਾ ਜੀ। ਤੁਹਾਡੇ ਨਾਲ ਗੱਲ ਸ਼ੇਅਰ ਕਰਦਾ ਸੀ ਕਿ ਇਸ ਗੱਲੋਂ ਮੈਂ ਪਰੇਸ਼ਾਨ? 2 ਵਾਰੀ ਸਰ ਉਹਨੇ ਮੇਰੇ ਨਾਲ ਸ਼ੇਅਰ ਕੀਤੀ ਸੀ ਇਹ ਗੱਲ। ਮੈਂ ਕਿਹਾ ਕੋਈ ਨਹੀਂ, ਤੇਰਾ ਮਸਲਾ ਹੱਲ ਕਰਾਉਂਦੇ ਆ, ਪਰ ਉਹ ਹੁਣ ਜ਼ਿਆਦਾ ਹੀ ਆਪਣੇ ਅੰਦਰ ਹੀ ਗਮ ਲਈ ਜਾਂਦਾ ਪਿਆ ਇਸ ਚੀਜ਼ ਦਾ। ਦੱਸਿਆ ਸੀ ਮੈਂ ਇਸ ਤਰ੍ਹਾਂ ਕਰ ਜੂੰਗਾ? ਹਾਂ, 1-2 ਵਾਰੀ ਉਹਨੇ ਮੈਨੂੰ ਕਿਹਾ ਸੀ ਕਿ ਮੈਂ ਕਿਹਾ ਤੂੰ ਪਾਗਲ ਹੈਗਾ, ਪਿੱਛੇ ਤੇਰਾ ਬੇਟਾ ਹੈਗਾ ਵਾ, ਉਹਦਾ ਕੀ ਵਿਚਾਰੇ ਦਾ ਬਣੇਗਾ। ਬਸ ਇੰਨੀ। ਪਰ ਕੱਲ੍ਹ ਇੱਕਦਮ ਹੀ ਅਚਾਨਕ ਹੀ ਇਹ ਕੰਮ ਕਰ ਗਿਆ। ਉਹ ਮੇਰੀ ਭਾਬੀ ਘਰ ਨਹੀਂ ਗਏ ਸੀ, ਇਹਨੂੰ ਟਿਊਸ਼ਨ 'ਤੇ ਲੈਣ ਗਏ ਸੀ, ਬਸ ਉਹ ਇਕੱਲੇ ਨੇ ਆਪਣਾ ਫਾਇਦਾ ਚੁੱਕ ਲਿਆ ਇਸ ਚੀਜ਼ ਦਾ। ਹਾਂਜੀ। ਇੱਕ ਦੁਕਾਨ ਤੇ ਕੰਮ ਕਰਦਾ ਸੀ, ਕਿਹੜੀ ਦੁਕਾਨ ਤੇ ਕੰਮ ਕਰਦਾ ਸੀ? ਦੁਕਾਨ ਤੇ ਸਰ ਉਹ ਅਨਿਲ ਸਟੋਰ ਤੇ ਕੰਮ ਕਰਦੇ, ਉਹਨਾਂ ਵੱਲੋਂ ਕੋਈ ਸ਼ਿਕਾਇਤ ਨਹੀਂ ਗਈ ਸਾਨੂੰ, ਸਿਰਫ ਉਹਨੂੰ ਉਹ ਵਿਆਜੜੀ ਪੈਸੇ ਜ਼ਿਆਦਾ ਤੰਗ ਕਰਦੇ ਪਏ ਸੀ। ਨਾਲੇ ਕਿਹਾ ਜਾ ਰਿਹਾ ਕਿ ਉਸ ਦੁਕਾਨਦਾਰ ਵੱਲੋਂ ਜਿਹੜਾ ਜਵਾਬ ਦੇ ਦਿੱਤਾ ਗਿਆ ਕਿ ਅਸੀਂ, ਉਹ ਜਵਾਬ ਲੋਕਡਾਊਨ ਜਦੋਂ ਸਟਾਰਟ ਹੋਇਆ ਸੀ ਉਦੋਂ ਹੀ ਦੇ ਦਿੱਤਾ ਸੀ ਉਹਨਾਂ ਨੇ ਉਹਨੂੰ ਜਵਾਬ, ਤੇ 1-2 ਵਾਰੀ ਬਸ 1500 ਰੁਪਏ ਉਹਨਾਂ ਨੇ ਦਿੱਤਾ, ਉਸ ਤੋਂ ਬਾਅਦ ਉਹਨੂੰ ਜਵਾਬ ਦੇ ਫਿਰ ਵੀ ਕੋਈ ਐਕਸ਼ਨ ਉਹਨਾਂ ਨੇ ਤੰਗ ਨਹੀਂ ਕੀਤਾ। ਠੀਕ ਆ, ਉਹਨਾਂ ਅਗਲਿਆਂ ਦਾ ਵੀ ਕਾਰੋਬਾਰ ਬੰਦ ਹੈਗਾ ਵਾ ਇਸ ਲਈ, ਉਹ ਕਿੱਥੋਂ ਦੇ ਦੇਣ। ਤੇ ਮੇਨ ਉਹਨੂੰ ਸਰ ਵਿਆਜੜੀ ਜਾਂ ਤੰਗ ਕਰਦੇ ਪਏ। ਕਿੰਨਾ ਕੁ ਪੈਸਾ ਸਰ ਸੀ? 2.5-3 ਲੱਖ ਰੁਪਏ ਹੈਗਾ ਸਰ। ਹਾਂਜੀ। ਪਰਿਵਾਰ ਦਾ ਗੁਜ਼ਾਰਾ ਕਿੱਦਾਂ ਚੱਲਦਾ ਸੀ ਫਿਰ? ਇੰਨਾ ਕਰਜ਼ਾ ਸਿਰ, ਕੋਈ ਕਮਾਈ ਦਾ ਸਾਧਨ? ਉਹ ਰੋਜ਼ ਸਵੇਰੇ ਫੇਰੀ ਲਾਉਂਦਾ ਪਿਆ, ਅੱਜ ਕੱਲ੍ਹ ਬ੍ਰੈਡ ਵਗੈਰਾ ਵੇਚ ਕੇ ਆਪਣੇ ਘਰ ਦੀ ਰੋਜ਼ ਦੀ ਰੋਟੀ ਪਾਣੀ ਚਲਾਉਂਦਾ ਪਿਆ ਵਾ। ਬਸ 200-250 ਰੁਪਇਆ ਰੋਜ਼ ਦਾ ਕਮਾਉਂਦਾ, ਉਹਦੇ ਨਾਲ ਹੀ ਸਾਰਾ ਉਹਦਾ ਘਰ ਦਾ ਸਰਕਲ ਚੱਲਦਾ ਪਿਆ ਸੀ ਸਰ। ਜਿਹੜੀ ਲੋਕਡਾਊਨ ਦੌਰਾਨ, ਕਰਫਿਊ ਦੌਰਾਨ ਆਰਥਿਕ ਪੱਖ ਤੋਂ ਕਮਜ਼ੋਰ ਹੋ ਗਿਆ? ਹਾਂਜੀ। ਕੋਈ ਕਾਰੋਬਾਰ ਚੰਗਾ ਨਹੀਂ ਚੱਲਦਾ ਸੀ? ਹਾਂਜੀ ਸਰ। ਬਸ ਐਸੀ ਪਰੇਸ਼ਾਨੀ 'ਚ ਉਹਨੇ ਇਹ ਕਦਮ ਚੁੱਕਿਆ ਵਾ। ਹਾਂਜੀ, ਮੇਨ ਸਰ ਉਹਨੇ ਵਿਆਜੜੀਆਂ ਕੋ ਆਪਣੇ ਤੰਗ ਹੋ ਕੇ ਇਹ ਕਦਮ ਚੁੱਕਿਆ ਜੀ, ਕਿ ਉਹਨੂੰ ਉਹ ਬਹੁਤ ਜ਼ਿਆਦਾ ਤੰਗ ਕਰਨ ਲੱਗ ਪਏ। ਉਹ ਕਿੰਨਾ ਇੱਕ ਸੋਨੂ ਹੈਗਾ ਜਮਾਦਾਰ ਦੀ ਹਵੇਲੀ ਦਾ, ਉਹਨੇ ਬਹੁਤ ਤੰਗ ਕੀਤਾ ਉਹਨੂੰ। ਕਿੰਨੇ ਕੁ ਪੈਸੇ ਉਹਦੇ ਦੇਣੇ? ਉਹਦਾ 50,000 ਰੁਪਏ ਹੈਗਾ, ਉਹ ਮਿੰਟ ਬਾਅਦ ਇਹਨੂੰ ਫੋਨ ਕਰਦਾ ਸੀ ਸਰ। ਹਾਂਜੀ।
ਕਿੰਨੀ ਪੇ ਤੇ ਕੰਮ ਕਰਦਾ ਸੀ ਜਿੱਥੇ ਵੀ ਕਰਦਾ ਸੀ ਤੁਹਾਡਾ 22000 ਰੁਪਏ ਸੈਲਰੀ ਹੈਗੀ ਸੀ। ਹੂੰ। ਹਾਂਜੀ ਸੈਲਰੀ ਬੜੀ ਅੱਛੀ ਹੈ ਜੀ, ਬੜਾ ਗੁੱਡ ਬ੍ਰਦਰ ਸੀ ਮੇਰਾ, ਹਰ ਕਿਸੇ ਨਾਲ ਮਿਲਦਾ ਵਰਤਦਾ ਸੀ, ਬਸ ਇਹ ਵਿਆਜੜੀਆਂ ਕਰਕੇ ਨੂੰ ਇਹਨੇ ਇਹ ਕਦਮ ਚੁੱਕਿਆ ਵਾ। ਬਸ ਕਿੰਨਾ ਕਿ ਜਿਹੜਾ ਮਹੀਨੇ ਦੀ ਕਿਸ਼ਤ ਆਪਾਂ ਮੰਨ ਲਈਏ 22000 ਰੁਪਇਆ ਪੇ ਸੀ, ਕਿੰਨੀ ਕਿ ਕਿਸ਼ਤਾਂ 'ਚ 25-30 ਹਜ਼ਾਰ ਰੁਪਏ ਮਹੀਨਾ ਵਿਆਜ ਹੀ ਵਿਆਜ ਜਾਂਦਾ ਸੀ ਉਹਦਾ। ਹੂੰ। ਹਾਂਜੀ ਤੇ ਤੁਸੀਂ ਆਪੇ ਹਿਸਾਬ ਲਾ ਲਓ, 22000 ਤਨਖਾਹ 8000 ਵੱਧ ਹੀ ਭਰਦਾ ਸੀ ਉਹ। ਤੋ ਬਾਕੀ ਸਾਰਾ ਮੇਰੀ ਭਾਬੀ ਦੇ ਜਿੰਨੀ ਸੈਲਰੀ 7000 ਉਹਦੇ ਸਿਰ ਤੇ ਗੁਜ਼ਾਰਾ, ਕਿਰਾਇਆ ਦੇਣਾ, ਬੱਤੀ ਦਾ ਬਿੱਲ ਭਰਨਾ, ਰਾਸ਼ਨ ਪਾਣੀ, ਮੁੰਡੇ ਦੀ ਬੱਚੇ ਦੀ ਫੀਸ ਵਗੈਰਾ ਸਭ ਕੁਝ ਉਹ ਭਰਦੇ। ਜਾਣੀ ਕੋਈ ਵੀ ਕਰਜ਼ੇ ਦੀ ਜਿਹੜੀ ਰਕਮ ਘਟ ਨਹੀਂ ਰਹੀ ਸੀ, ਹਾਂਜੀ ਹਾਂਜੀ ਵਿਆਜ 'ਚ ਹੀ ਤੁਰੀ ਜਾਂਦੀ ਸੀ। ਵਿਆਜ ਹੀ ਰਕਮ ਉੱਥੇ ਹੀ ਸਰ ਵਿਆਜ ਹੀ ਜਾਂਦੇ ਵੇ ਹਲੇ ਬਸ। ਹੂੰ। ਹਾਂਜੀ ਉਹ ਤੰਗ ਹੋ ਚੁੱਕਾ ਸੀ, ਉਹ ਬਸ ਉਹ ਤੰਗ ਕਰਨ ਲੱਗ ਪਏ ਉਹਨੂੰ ਜ਼ਿਆਦਾ, ਉਹ ਇਸ ਕਰਕੇ ਉਹਨੇ ਇਹ ਕਦਮ ਚੁੱਕਿਆ ਹੈ। ਕੋਈ ਕਰਫਿਊ ਦੌਰਾਨ ਮਦਦ ਲਈ ਸਾਹਮਣੇ ਨਹੀਂ ਆਇਆ ਕੋਈ ਵੀ ਨਹੀਂ ਸਰ, ਕੋਈ ਵੀ ਨਹੀਂ ਆਇਆ, ਕੋਈ ਵੀ ਨਹੀਂ ਆਇਆ। ਹੂੰ। ਹਾਂਜੀ ਕੋਈ ਵੀ ਨਹੀਂ ਆਇਆ ਸਰ, ਕੋਈ ਐਮਐਲਏ ਕੋਈ ਕੁਛ ਮੰਤਰੀ? ਵੀ ਨਹੀਂ ਸਰ, ਕੋਈ ਵੀ ਨਹੀਂ ਆਇਆ। ਜਾਂ ਸਾਡੇ ਬਗਲ ਤੇ ਅਰੁਣ ਕੁਮਾਰ ਭੱਪਲ ਜੀ ਰਹਿੰਦੇ ਆ, ਇੱਕ ਵਾਰੀ ਨਹੀਂ ਇੱਥੇ ਆਏ ਹੋਣੇ ਉਹ। ਹੂੰ। ਹਾਂਜੀ ਕਿਸੇ ਨੂੰ ਉਹਨੇ ਦੁੱਖੜਾ ਦੱਸਿਆ ਸੀ ਕਿ ਮੈਂ ਇਸ ਗੱਲੋਂ ਪਰੇਸ਼ਾਨ ਨਹੀਂ ਸਰ, ਉਹਨੇ ਕਿਸੇ ਨਾਲ ਨਹੀਂ ਸ਼ੇਅਰ ਕੀਤਾ ਗੱਲ ਹੂੰ। ਸਾਫ। ਹਾਂਜੀ ਉਹਨੇ ਕਿਸੇ ਨਾਲ ਨਹੀਂ ਸ਼ੇਅਰ ਸਿਰਫ। ਬਿਲਕੁਲ ਜੀ, ਉਸ ਸੁਨੀਲ ਸੇਠ ਨੇ ਕੋਈ ਵੀ ਗੱਲਬਾਤ ਜਿਹੜੀ ਕਿਸੇ ਨਾਲ ਸ਼ੇਅਰ ਨਹੀਂ ਕੀਤੀ। ਪਰੇਸ਼ਾਨ ਸੀ, ਕਰਜ਼ਾ ਜ਼ਿਆਦਾ ਸਿਰ ਹੋਣ ਕਾਰਨ ਜਿਹੜਾ ਆਰਥਿਕ ਪੱਖ ਤੋਂ ਕਮਜ਼ੋਰ ਹੋ ਗਿਆ, ਕੰਮਕਾਰ ਨਹੀਂ ਚੱਲਦਾ ਸੀ, ਜਿੰਨੀ ਪੇ ਸੀ ਉਹ ਵਿਆਜ ਤੁਰੀ ਜਾਂਦੀ ਸੀ, ਪਰ ਇਸ ਟਾਈਮ ਉਹਦੀ ਪੇ ਵੀ ਨਹੀਂ ਉਹਨੂੰ ਮਿਲ ਰਹੀ ਸੀ ਕਿਉਂਕਿ ਕੰਮਕਾਰ ਸਾਰੇ ਬੰਦ ਪਏ ਨੇ, ਇਸ ਕਰਕੇ ਪਰੇਸ਼ਾਨ ਸੀ ਔਰ ਉਹ ਬੀਤੇ ਕੱਲ ਜਿਹੜਾ ਖੁਦਕੁਸ਼ੀ ਕਰ ਗਿਆ। ਇੱਥੇ ਇਸ ਪਰਿਵਾਰ ਦੀ ਮਦਦ ਵਾਸਤੇ ਇੱਥੋਂ ਦੇ ਜਿਹੜੇ ਹੈਗੇ ਆ ਮਨਦੀਪ ਮੰਨਾ ਜੀ ਵੀ ਪਹੁੰਚੇ ਆ, ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਉਹ ਪਰਿਵਾਰ ਦੀ ਕਿਸ ਤਰ੍ਹਾਂ ਜਿਹੜੀ ਮਦਦ ਕਰਨ ਜਾ ਰਹੇ ਆ। ਮੰਨਾ ਜੀ, ਕੀ ਤੁਸੀਂ ਇਸ ਪਰਿਵਾਰ ਤੱਕ ਪਹੁੰਚ ਨਹੀਂ ਪਾਏ? ਜੇ ਤੁਸੀਂ ਇਸ ਪਰਿਵਾਰ ਤੱਕ ਪਹੁੰਚ ਪਾਉਂਦੇ ਸ਼ਾਇਦ ਉਹ ਮੁੰਡਾ ਬਚ ਸਕਦਾ ਸੀ। ਮੈਂ ਤੇ ਪਹਿਲੀ ਗੱਲ ਦੱਸ ਦਿਆਂ ਜੀ, ਇਹਦੇ ਲਈ ਅਸੀਂ ਸਾਰੇ ਹੀ ਜ਼ਿੰਮੇਵਾਰ ਆ। ਮੈਂ ਵੀ, ਪੰਜਾਬ ਸਰਕਾਰ ਵੀ, ਕੇਂਦਰ ਸਰਕਾਰ ਵੀ। ਉੱਥੇ ਮੈਂ ਥੋੜੀ ਤੁਹਾਡੀ ਦਰੁਸਤੀ ਕਰਾਂ ਕਿ ਇਹ ਮੌਤ ਜਿਹੜੀ ਹੈ ਉਹ ਰਾਸ਼ਨ ਕਰਕੇ ਨਹੀਂ, ਕੰਮਕਾਰ ਬੰਦ ਕਰਕੇ ਹੋਈ ਹੈ। ਕਿ ਲੜਕਾ ਪ੍ਰਾਈਵੇਟ ਨੌਕਰੀ ਕਰਦਾ ਸੀਗਾ, ਵਾਈਫ ਉਹਦੀ ਪ੍ਰਾਈਵੇਟ ਨੌਕਰੀ ਕਰਦੀ ਹੈ, ਔਰ ਅੱਜ ਦੀ ਤਰੀਕ 'ਚ ਉਹਨੂੰ ਉੱਥੋਂ ਜਿੱਥੋਂ ਕਿਤੇ ਕੰਮ ਕਰਦਾ ਸੀ ਤਨਖਾਹ ਨਹੀਂ ਮਿਲ ਰਹੀ। ਮੈਂ ਨਹੀਂ ਕਹਿੰਦਾ ਕਿ ਕਿਸੇ ਦਾ ਕਸੂਰ ਹੈ, ਕਿਉਂਕਿ ਲੋਕਡਾਊਨ ਬੜਾ ਲੰਬਾ ਕਰ ਦਿੱਤਾ ਗਿਆ। ਜਿਹੜੀਆਂ ਫਰਮਾਂ ਨੇ ਉਹਨਾਂ ਦੇ ਉੱਤੇ ਵੀ ਲੋਨਸ ਨੇ, ਮਤਲਬ ਉਹਨਾਂ ਬਹੁਤ ਜ਼ਿਆਦਾ ਮਹੀਨੇ ਕੁ ਤੱਕ ਤੇ ਸਾਰਿਆਂ ਨੇ ਕਿਹਾ ਸੀਗਾ ਕਿ ਕੋਈ ਦੇ ਦੇਗਾ, ਅੱਗੋਂ ਉਹਨਾਂ ਵੀ ਤਨਖਾਹਾਂ ਬੰਦ ਕਰ ਦਿੱਤੀਆਂ। ਵੱਡੇ ਵੱਡੇ ਧਨਾੜਾਂ ਨੇ ਜਿਨ੍ਹਾਂ ਦੀਆਂ ਮਤਲਬ ਹਜ਼ਾਰਾਂ ਕਰੋੜਾਂ ਦੀ ਟਰਨਓਵਰ ਨੇ, ਮੈਂ 2-4 ਦਿਨਾਂ 'ਚ ਇਹ ਵੀ ਖੁਲਾਸਾ ਕਰੂੰਗਾ, ਉਹਨਾਂ ਵੀ ਬੰਦ ਕਰ ਦਿੱਤੀਆਂ। ਮੀਡੀਓਕਰ ਜਿਹੜਾ ਸੀਗੇ, ਜਿਹੜੇ ਮਤਲਬ 2-2 ਕਰੋੜ ਵਾਲੀਆਂ ਫਰਮਾਂ, 4-4 ਕਰੋੜ ਵਾਲੀਆਂ ਫਰਮਾਂ, ਉਹਨਾਂ ਤੇ ਬੱਟ ਨੈਚੁਰਲ ਸੀਗਾ ਬੰਦ ਕਰਨੀਆਂ। ਔਰ ਇਸ ਲੜਕੇ ਨੂੰ ਮੈਂ ਪਹਿਲਾਂ ਵੀ ਇੱਕ ਗੱਲ ਕਹੀ ਸੀ ਜੀ, ਮਹੀਨਾ ਪਹਿਲਾਂ ਤੁਹਾਡੇ ਨਾਲ ਮੇਰੀ ਇਹ ਚਰਚਾ ਹੋਈ ਸੀ ਕਿ ਮੈਂ ਤੁਹਾਨੂੰ ਕਿਹਾ ਸੀ ਕਿ ਪੰਜਾਬ ਦੇ ਵਿੱਚ ਇਸ ਲੋਕਡਾਊਨ ਦੇ ਨਾਲ ਖੁਦਕੁਸ਼ੀਆਂ ਸ਼ੁਰੂ ਹੋ ਜਾਣਗੀਆਂ। ਜਿਹੜੇ ਗਰੀਬ ਪਰਿਵਾਰ ਨੇ, ਜਿਨ੍ਹਾਂ ਦੇ ਘਰ ਦੇ ਵਿੱਚੋਂ ਤੁਸੀਂ ਅੱਜ ਹਾਲਾਤ ਵੇਖ ਕੇ ਆਏ ਹੋ, ਇਹਨਾਂ ਲੋਕਾਂ ਨੇ ਵਿਆਜੀ ਪੈਸੇ ਫੜੇ ਹੁੰਦੇ ਨੇ, ਮਤਲਬ 8400 8000 ਰੁਪਈਆ ਲੈਣਾ ਤੇ 100 ਰੁਪਈਆ ਰੋਜ਼ ਦੇਣਾ। ਇੰਨਾ ਮੋਟਾ ਵਿਆਜ ਹੁੰਦਾ, ਵਿਆਜੜੀਆਂ ਦੇ ਉੱਤੇ ਕੋਈ ਕੰਟਰੋਲ ਨਹੀਂ ਹੈ। ਇਹਨਾਂ ਨੂੰ ਉਹ ਦਬਕੇ ਮਾਰਦੇ ਨੇ, ਉਹੀ ਪ੍ਰੈਸ਼ਰ ਹੇਠ ਆ ਕੇ ਉਹਦਾ ਕੰਮ ਵੀ ਬੰਦ ਹੋ ਚੁੱਕਾ ਸੀ। ਉਹ ਪਹਿਲਾਂ ਕਿਤੋਂ ਟੋਪੀਆਂ ਘੁਮਾ ਕੇ ਕਮੇਟੀਆਂ ਚੁੱਕ ਕੇ ਇੱਧਰ ਦੇ ਉੱਧਰ ਪੈਸੇ ਦਿੰਦਾ ਸੀਗਾ। ਜਿਸ ਦਿਨ ਦਾ ਲੋਕਡਾਊਨ ਸੀ ਉਹਨਾਂ ਨੂੰ ਉਹਨਾਂ ਦਾ ਵਿਆਜ ਨਹੀਂ ਸੀ ਮਿਲ ਰਿਹਾ, ਵੀ ਤੰਗ ਪਰੇਸ਼ਾਨ ਹੋ ਰਿਹਾ ਸੀਗਾ। ਔਰ ਇਸ ਲੜਕੇ ਨੇ ਆਤਮ ਹੱਤਿਆ ਕਰ ਲਈ। ਲੋਕਾਂ ਦੇ ਕੰਮਕਾਰ ਬੰਦ ਨੇ, ਲੁਧਿਆਣੇ ਹੋਈ ਆ, ਮੈਂ ਕੱਲ ਉੱਥੇ ਵੀ ਜਾਣਾ। ਮਤਲਬ ਇਹੋ ਜਿਹੇ ਹਾਲਾਤ ਜਿਹੜੇ ਬਣਾ ਦਿੱਤੇ ਗਏ। ਅੱਜ ਦੇਖੋ ਤੁਸੀਂ ਬਾਜ਼ਾਰਾਂ 'ਚ ਰੌਣਕ ਹੈ। ਮੇਰਾ ਸਰਕਾਰ ਨੂੰ ਇੱਕ ਸਵਾਲ ਹੈ ਕਿ ਕਰੋਨਾ ਦੀ ਦਵਾਈ ਲੱਭ ਲਈ ਹੈ, ਕਿ ਵੈਂਟੀਲੇਟਰ ਪੂਰੇ ਹੋ ਗਏ ਆ, ਆਈਸੋਲੇਟ ਸੈਂਟਰ ਪੂਰੇ ਹੋ ਗਏ ਤੁਹਾਡੇ ਕੋਲੋਂ, ਕੁਆਰੰਟਾਈਨ ਸੈਂਟਰ ਪੂਰੇ ਹੋ ਗਏ ਆ, ਤੇ ਫਿਰ ਇਹ ਲੋਕਡਾਊਨ ਦੇ ਨਾਲ ਇੰਨੀਆਂ ਮੌਤਾਂ। ਉਦੋਂ 13 ਬੰਦੇ ਰੇਲ ਥੱਲੇ ਜਿਹੜੇ ਦਰੜੇ ਗਏ, 13-14 ਟਰੱਕ ਥੱਲੇ ਮਰ ਗਏ, ਤੇ ਇਹੋ ਕੁਛ ਹੀ ਹੋਣਾ ਸੀਗਾ। ਅਖੀਰ ਅੱਜ ਤੁਸੀਂ ਖੋਲ੍ਹਣਾ ਸੀਗਾ ਤੇ ਫਿਰ 50-60 ਦਿਨ ਨੂੰ ਬੰਦ ਕਿਉਂ ਰੱਖਿਆ ਗਿਆ? ਕੀ ਕੰਟਰੋਲ ਕੀਤਾ ਗਿਆ ਵਾ? ਕਿਤੇ ਨਾ ਕਿਤੇ ਜਿਹੜੀਆਂ ਨਾਕਾਮੀਆਂ ਉਹ ਨਜ਼ਰ ਆ ਰਹੀਆਂ ਨੇ। 20 ਲੱਖ ਕਰੋੜ ਰੁਪਈਏ ਦਾ ਪੈਕੇਜ ਜਿਹੜਾ ਮੋਦੀ ਸਾਹਿਬ ਨੇ ਦਿੱਤਾ, ਕਿਹਦੀ ਸਮਝ 'ਚ ਆਇਆ? ਅੱਜ ਤੁਸੀਂ ਸਿੰਗਲ ਕਿਸੇ ਬੰਦੇ ਨੂੰ ਪੁੱਛ ਲਓ ਵੀ ਤੈਨੂੰ ਸਮਝ ਆਇਆ? ਇਨਸਟੈਂਟ ਲੋਕੀ ਜਿਹੜਾ ਮੌਕੇ ਦੇ ਉੱਤੇ ਕੋਈ ਉਹਦਾ ਹੱਲ ਮੰਗਦੇ ਸੀ, ਉਹ ਕਿਸੇ ਨੂੰ ਵੀ ਨਹੀਂ ਮਿਲ ਰਿਹਾ। ਕਦੋਂ ਲੋਨ ਲੈਣੇ, ਕਦੋਂ ਲੋਨ ਲਾਉਣੇ ਆ, ਇਹਨਾਂ ਚੀਜ਼ਾਂ ਦੇ ਨਾਲ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਹੈ। ਔਰ ਲੋਕ ਮਹੀਨੇ ਤੋਂ ਹੁਣ ਅੱਕ ਚੁੱਕੇ ਨੇ। ਲੋਕਾਂ ਨੇ ਜਿਹਦੇ ਪੈਸੇ ਦੇਣੇ ਨੇ ਉਹਨਾਂ ਦੇ ਉੱਤੇ ਦਬਾਅ ਵੱਧ ਰਿਹਾ। ਇਹ 2 ਕੇਸ ਹੋਏ ਨੇ। ਜੇ ਬਹੁਤੇ ਦੇਣੇ ਹਾਲਾਤ ਨਾ ਸੁਧਰੇ, ਮੈਂ ਫਿਰ ਕਹਿੰਦਾ ਕਿ ਕਰੋਨਾ ਨਾਲ ਉਨੀਆਂ ਮੌਤਾਂ ਨਹੀਂ ਸੀ ਹੋਣੀਆਂ ਜਿੰਨੀਆਂ ਮੌਤਾਂ ਇਹਨਾਂ ਤਰੀਕਿਆਂ ਦੇ ਨਾਲ ਹੋਣੀਆਂ ਸ਼ੁਰੂ ਹੋ ਗਈਆਂ ਨੇ। ਔਰ ਨਤੀਜੇ ਤੁਹਾਡੇ ਸਾਹਮਣੇ ਨੇ। ਸਰਕਾਰ ਤਾਂ ਕਹਿ ਰਹੀ ਅਸੀਂ ਲੋਕਾਂ ਦੀ ਮਦਦ ਕਰ ਰਹੇ ਹਾਂ, ਰਾਸ਼ਨ ਵੀ ਪਹੁੰਚਾ ਰਹੇ ਹਾਂ। ਤੁਸੀਂ ਕਹਿੰਦੇ ਰਾਸ਼ਨ ਦੀ ਲੋੜ ਨਹੀਂ ਸੀ ਪਰਿਵਾਰ ਨੂੰ, ਚਲੋ ਤੁਸੀਂ ਮਦਦ ਕਰ ਰਹੇ ਹੋ, ਪਰ ਸਰਕਾਰ ਕਹਿ ਰਹੀ ਆ ਸਾਨੂੰ ਕੋਈ ਕਿਸੇ ਨੂੰ ਕਿਸ਼ਤ ਭਰਨ ਦੀ ਲੋੜ ਨਹੀਂ, ਕਿਸੇ ਨੂੰ ਵਿਆਜ ਤਾਰਨ ਦੀ ਲੋੜ ਨਹੀਂ, ਪਰ ਫਿਰ ਵੀ ਖੁਦਕੁਸ਼ੀ ਕੋਈ ਇਹ ਹੱਲ ਤਾਂ ਨਹੀਂ ਨਾ?
ਮੈਂ ਇਹ ਕਿਤੇ ਵੀ ਨਹੀਂ ਕਿਹਾ ਜੀ ਰਾਸ਼ਨ ਦੀ ਲੋੜ ਨਹੀਂ। ਰਾਸ਼ਨ ਅੱਜ ਵੀ ਅਸੀਂ ਉਹਨਾਂ ਨੂੰ ਮਹੀਨੇ ਦਾ ਮਤਲਬ ਦੇ ਰਹੇ ਹਾਂ। ਰਾਸ਼ਨ ਦੀ ਲੋੜ ਸੀ, ਪਰ ਜਿਹੜੀ ਮੌਤ ਆ ਇਕੱਲੀ ਰਾਸ਼ਨ ਕਰਕੇ ਨਹੀਂ ਹੋਈ, ਉਹਦੇ ਕੰਮਕਾਰ ਬੰਦ ਕਰਕੇ ਇਕੱਲੇ ਰਾਸ਼ਨ ਨਾਲੋਂ ਹੋਰ ਬਹੁਤ ਜ਼ਿਆਦੀਆਂ ਲੋੜਾਂ ਨੇ। ਜੇ ਮੌਤ ਗੁਰੂ ਦੀ ਨਗਰੀ 'ਚ ਰਾਸ਼ਨ ਕਰਕੇ ਜਾਂ ਭੁੱਖ ਨਾਲ ਹੋਈ ਹੁੰਦੀ ਤੇ ਮੈਂ ਸਮਝ ਸਕਦਾ ਕਿ ਅੱਜ ਅੰਮ੍ਰਿਤਸਰ ਦਾ ਨਾਂ ਦੇ ਉੱਤੇ ਕਲੰਕ ਲੱਗ ਜਾਂਦਾ ਬੜਾ ਵੱਡਾ। ਹੋਰ ਬਹੁਤ ਸਾਰੀਆਂ ਮਜਬੂਰੀਆਂ ਸੀਗੀਆਂ ਜਿਹਦੇ ਕਰਕੇ ਇਹ ਸਾਰਾ ਬੰਦ ਦੇ ਕਰਕੇ ਵਾਪਰ ਰਿਹਾ। ਔਰ ਲੋਨ ਮੈਂ ਪੁੱਛਿਆ ਕਿੰਨਾ ਕੁ ਦੇਣਾ ਸੀ, 2 ਤੋਂ 2.5 ਲੱਖ ਰੁਪਈਆ। ਮਤਲਬ ਮੈਂ ਅੱਗੇ ਬਾਰ-ਬਾਰ ਕਹਿੰਦਾ ਕਿ ਹਿੰਦੁਸਤਾਨ ਦੇ ਵਿੱਚ ਬੰਦੇ ਦੀ ਜਾਨ ਦੀ ਕੀਮਤ 2 ਲੱਖ ਰੁਪਈਆ। ਹੋ ਸਕਦਾ ਉਹਦੇ ਕੋਲ 2 ਲੱਖ ਰੁਪਈਆ ਹੁੰਦਾ ਤੇ ਅੱਜ ਉਹ ਬੰਦਾ ਨਾ ਮਰਦਾ। ਇਹੋ ਜਿਹੇ ਹਾਲਾਤ ਜਿਹੜੇ ਬਣਾਏ ਗਏ ਨੇ, ਹਵਾ 'ਚ ਗੱਲਾਂ ਕੀਤੀਆਂ ਜਾਂਦੀਆਂ ਨੇ। ਸਾਨੂੰ ਕਿਹਾ ਕਿ ਗਿਆ 52 ਦਿਨਾਂ 'ਚ। ਮੈਨੂੰ ਦੱਸੋ 52-60 ਦਿਨਾਂ ਦੇ ਵਿੱਚ ਕੇਂਦਰ ਸਰਕਾਰ ਨੇ ਕੀ ਦਿੱਤਾ, ਪੰਜਾਬ ਸਰਕਾਰ ਨੇ ਕੀ ਦਿੱਤਾ? ਤਾੜੀਆਂ ਵਜਾ ਲਓ, ਮੋਮਬੱਤੀਆਂ ਜਗਾ ਲਓ, ਥਾਲੀਆਂ ਖੜਕਾ ਲਓ, ਕੋਠਿਆਂ ਤੇ ਚੜ੍ਹ ਜਾਓ। ਦਿੱਤਾ ਕੀ ਆ ਲੋਕਾਂ ਨੂੰ? ਜੇ ਰਾਸ਼ਨ ਵੀ ਦਿੱਤਾ ਗਿਆ ਤੇ ਸਰਕਾਰ ਨੇ ਰਾਸ਼ਨ ਆਪਣੇ ਕਾਉਂਸਲਰਸ ਦੇ ਕੋਲ ਭੇਜਿਆ ਸੀ। ਕੋਈ ਵੀ ਆਪੋਜੀਸ਼ਨ ਪਾਰਟੀ ਨੂੰ ਇਹ ਰਾਸ਼ਨ ਨਹੀਂ ਦਿੰਦਾ। ਫਿਰ ਮੈਂ ਕਹਿੰਦਾ ਨਾ ਤੇ ਕੋਈ ਐਮਐਲਏ ਕਿਸੇ ਇਲਾਕੇ ਨੂੰ ਪੂਰੀ ਰੋਟੀ ਖਵਾ ਸਕਦਾ, ਨਾ ਮਨਦੀਪ ਸਿੰਘ ਮੰਨਾ ਕਿਸੇ ਨੂੰ ਖਵਾ ਸਕਦਾ। ਪਰ ਫਿਰ ਵੀ ਜਿੱਥੇ ਕਿਤੇ ਲੋਕਾਂ ਦੀਆਂ ਲੋੜਾਂ ਨੇ ਉਹ ਪੂਰੀਆਂ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਅਖੀਰ ਇਹ ਕੰਮ ਕਰ ਚੱਲਣੇ ਚਾਹੀਦੇ ਨੇ। ਲੋਕਾਂ ਦੇ ਜਿਹੜਾ ਜੀਵਨ ਆ ਉਹ ਪਟੜੀ ਦੇ ਉੱਤੇ ਆਉਣਾ ਚਾਹੀਦਾ, ਨਹੀਂ ਤੇ ਹਾਲਾਤ ਹੋਰ ਬਦਤਰ ਹੁੰਦੇ ਜਾਣਗੇ। ਬਿਮਾਰੀ ਨਾਲ ਤੇ ਮਰਨਾ ਹੀ ਮਰਨਾ। ਔਰ ਇਹੋ ਜਿਹੀਆਂ ਮਜਬੂਰੀਆਂ ਕਰਕੇ ਜਿਹੜੀਆਂ ਖੁਦਕੁਸ਼ੀਆਂ ਸ਼ੁਰੂ ਹੋ ਗਈਆਂ ਨੇ ਉਹ ਬਹੁਤ ਮੰਦਭਾਗੀਆਂ ਨੇ। ਸਾਡੇ ਵੱਲੋਂ ਇੱਕ ਉਪਰਾਲਾ ਜੋ ਛੋਟੀ ਬੱਚੀ ਨੂੰ ਪੁੱਛ ਕੇ ਕੀਤਾ ਗਿਆ ਕਿ ਪਰਿਵਾਰ ਦੇ ਵਿੱਚ ਕੋਈ ਬਹੁਤਾ ਲੰਬਾ ਚੌੜਾ ਕਮਾਉਣ ਵਾਲਾ ਨਹੀਂ ਹੈਗਾ। ਜਿਹੜੀ ਲੜਕੀ ਵਿਡੋ ਹੋਈ ਹੈ ਉਹਦੇ ਫਾਦਰ ਫੇਰੀ ਲਾਉਂਦੇ ਨੇ। ਔਰ ਉਹਨਾਂ ਦੀ ਉਮਰ ਵੇਖੋ, ਮੇਰਾ ਖਿਆਲ ਹੈ ਵੀ ਪਤਲਾ ਜਿਹਾ ਉਹਨਾਂ ਦਾ ਸਰੀਰ ਹੈ, 70-80 ਸਾਲ ਦੀ ਉਮਰ ਹੈ। ਮੈਂ ਪੁੱਛਿਆ ਜੀ ਸਾਈਕਲ ਹੈ ਕਿ ਸਕੂਟਰ ਹੈ ਫੇਰੀ ਲਾਉਣ ਨੂੰ? ਕਹਿੰਦੇ ਜੀ ਮੋਢੇ ਦੇ ਉੱਤੇ ਕੱਪੜਾ ਪਾਉਂਦੇ ਨੇ ਔਰ ਵੇਚਣ ਜਾਂਦੇ ਨੇ। ਭਰਾ ਉਹਦਾ ਕਿਸੇ ਪ੍ਰਾਈਵੇਟ ਮਤਲਬ ਜੌਬ ਕਰਦਾ ਦੁਕਾਨ ਦੇ ਉੱਤੇ। ਜਿਹੜੇ ਉਹਦੇ ਮਤਲਬ ਸਹੁਰੇ ਪਰਿਵਾਰ ਦੇ ਨੇ ਲੜਕੀ ਦੇ, ਉਹ ਜਿਹੜੀ ਉਹਦੀ ਸੱਸ ਹੈ ਉਹ ਵੀ ਕਿਤੇ ਲੋਕਾਂ ਦੇ ਘਰਾਂ 'ਚ ਕੰਮ ਕਰਕੇ ਤੇ ਆਪਣਾ ਉਹ ਗੁਜ਼ਾਰਾ ਚਲਾਉਣ ਡਈ ਆ। ਇੱਕ ਭਰਾ ਜਿਹੜਾ ਉਹਦਾ ਮੁੰਡੇ ਦਾ ਜਿਹੜਾ ਭਰਾ ਆ ਉਹ ਵੀ ਪ੍ਰਾਈਵੇਟ ਦੁਕਾਨ ਤੇ ਲੱਗਾ ਆ। ਔਰ ਦੇਖੋ ਬਦਕਿਸਮਤੀ, ਇੱਕ ਭਰਾ ਦਾ ਦਿੱਲੀ ਫਸਿਆ ਹੋਇਆ, ਸੰਸਕਾਰ ਤੇ ਨਹੀਂ ਆ ਸਕਿਆ। ਮੈਂ ਕੋਈ ਖੁਦਾ ਨਹੀਂ ਹੈਗਾ, ਮੈਂ ਕੋਈ ਬਹੁਤੀਆਂ ਲੀਡਰਾਂ ਨੂੰ ਫੜਾ ਨਹੀਂ ਮਾਰਦਾ, ਪਰ ਮੇਰੇ ਵੱਲੋਂ ਅੱਜ ਇੱਕ ਉਪਰਾਲਾ ਕੀਤਾ ਗਿਆ। ਉਹ ਲੜਕੀ ਦੇ ਉੱਤੇ ਜਿਹੜਾ ਲੋਨ ਸਰਕਾਰੀ ਸੀਗਾ, ਬਜਾਜ ਕੰਪਨੀ ਦਾ ਕੋਈ ਲੋਨ ਹੈ 50-60-70 ਹਜ਼ਾਰ ਦਾ, ਉਹ ਦੱਸ ਰਹੇ ਨੇ। ਮੇਰੇ ਪੱਲੇ ਕੁਝ ਨਹੀਂ ਕਰਨ ਵਾਲਾ ਪ੍ਰਮਾਤਮਾ ਹੈ। ਮੈਂ ਕਿਸੇ ਨੂੰ ਇੱਕ ਫੋਨ ਕੀਤਾ ਹੈ, ਕਿਸੇ ਸੰਸਥਾ ਨੂੰ, ਅਲਾਇੰਸ ਕਲੱਬ ਹੈ। ਮੈਂ ਉਹਨਾਂ ਨੂੰ ਕਿਹਾ ਕਿ ਇਹ ਲੜਕੀ ਕਿਸ਼ਤਾਂ ਨਹੀਂ ਦੇ ਪਾਏਗੀ। ਇਹ ਵਿਚਾਰੀ ਆਪ ਪ੍ਰਾਈਵੇਟ ਜੌਬ ਕਰ ਰਹੀ ਹੈ 6-7 ਹਜ਼ਾਰ ਰੁਪਏ ਦੇ ਉੱਤੇ, ਔਰ 8 ਹਜ਼ਾਰ ਦੇ ਕਰੀਬ ਉਹਦੀਆਂ ਕਿਸ਼ਤਾਂ ਜਾਣ ਡੀਆਂ ਨੇ। ਉਹਨਾਂ ਨੇ ਮੈਨੂੰ ਹਾਮੀ ਭਰੀ ਆ ਕਿ ਭਾਜੀ ਜਿੰਨਾ ਲੋਨ ਹੈਗਾ ਤੁਸੀਂ ਸਾਨੂੰ ਦੱਸ ਦਿਓ, ਅਸੀਂ ਕੱਲ ਪਰਸੋਂ ਤੱਕ ਉਹਦਾ ਦੇ ਦਿਆਂਗੇ। ਇਹੋ ਜਿਹਾ ਉਪਰਾਲਾ ਤੇ ਕੀਤਾ ਜਾ ਸਕਦਾ। ਬੱਚਾ ਕਿਸੇ ਦਾ ਵਾਪਸ ਨਹੀਂ ਆ ਸਕਦਾ, ਪਰ ਇਹਦੇ ਨਾਲ ਮੈਂ ਬੋਲਣਾ ਤੇ ਕਿਉਂ ਚਾਹਿਆ, ਮੈਂ ਖੁਦ ਵੀ ਬੋਲੂੰਗਾ ਕਿ ਕਮ ਸੇ ਕਮ ਅਗਲੀਆਂ ਮੌਤਾਂ ਜਿਹੜੀਆਂ ਉਹ ਬੰਦ ਹੋ ਜਾਣ। ਲੋਕਾਂ ਨੇ ਵਿਆਜੀ ਪੈਸੇ ਫੜੇ ਨੇ। ਮੈਂ ਉਹਨਾਂ ਨੂੰ ਵੀ ਕਹਿੰਦਾ ਇਹਨਾਂ ਦਿਨਾਂ 'ਚ ਨਾ ਕਿਸੇ ਕੋਲ ਦੇਣ ਲਈ ਆ ਨਾ ਲੈਣ ਲਈ ਆ। ਕਿਉਂ ਲੋਕਾਂ ਨੂੰ ਤੰਗ ਪਰੇਸ਼ਾਨ ਕਰਦੇ ਹੋ? ਖਤਮ ਕਰੋ। ਮੈਂ ਪ੍ਰਸ਼ਾਸਨ ਨੂੰ ਵੀ ਕਹਿੰਦਾ ਕਿ ਜੇ ਤੁਹਾਡੇ ਤੱਕ ਕੋਈ ਸਿੱਧੀ ਅਪਰੋਚ ਕਰਦਾ ਕਿ ਫਲਾਣਾ ਸਾਨੂੰ ਇਲੀਗਲ ਉਹਨੇ ਪੈਸੇ ਦਿੱਤੇ ਹੋਏ ਨੇ, ਵਿਆਜ ਤੇ 5% 10% ਲੈ ਰਿਹਾ, ਤੇ ਤੁਸੀਂ ਉਹਦੇ ਉੱਤੇ ਕਾਰਵਾਈ ਕਰੋ। ਐਵੇਂ ਮਹੀਨੇ ਲੈ ਕੇ ਉਹਨਾਂ ਨੂੰ ਛੱਡ ਨਾ ਦਿਆ ਕਰੋ। ਉਹਨਾਂ ਨੂੰ ਛਤਰਛਾਇਆ ਕਿਸੇ ਵੱਡੇ ਲੀਡਰਾਂ ਦੀ, ਐਮਐਲਏ, ਕਾਉਂਸਲਰਸ, ਮੰਤਰੀ, ਕਿਉਂਕਿ ਉਹਨਾਂ ਕੋਲ ਪੈਸੇ ਨੇ। 10-10% ਉਹ ਪੈਸੇ ਲੈਂਦੇ ਨੇ, ਇਹਨਾਂ ਨੂੰ ਇਲੈਕਸ਼ਨਾਂ 'ਚ ਫੰਡ ਦਿੰਦੇ ਨੇ। ਇਹਨਾਂ ਚੀਜ਼ਾਂ ਦੇ ਉੱਤੇ ਕਮ ਸੇ ਕਮ ਰੋਕ ਲਾਓ। ਔਰ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸ਼ਹਿਰ ਦੇ ਬੜੇ ਨਾਮੀ ਅਫਸਰ ਨੇ, ਕੁੰਵਰ ਵਿਜੇ ਪ੍ਰਤਾਪ, ਉਹਨਾਂ ਅੱਗੇ ਵੀ ਇਹੋ ਜਿਹੇ ਇਹ ਜਿਹੜਾ ਸਕੈਂਡਲ ਤੋੜਿਆ ਸੀ, ਬੜੇ ਜਿਹੜੇ ਮਤਲਬ ਲੋਕਾਂ ਨੂੰ ਲੁੱਟਣ ਵਾਲੇ ਲੋਕ ਸੀ, ਫੜਿਆ ਸੀ। ਮੇਰੀ ਉਹਨਾਂ ਨੂੰ ਅਪੀਲ ਹੈ ਕਿ ਤੁਸੀਂ ਵੀ ਇੱਕ ਖੁੱਲ੍ਹਾ ਸੱਦਾ ਦਿਓ ਕਿ ਜੇ ਇਹਨਾਂ ਦਿਨਾਂ 'ਚ ਕਿਸੇ ਨੇ ਪੈਸੇ ਦੇਣੇ ਨੇ, ਕਮ ਸੇ ਕਮ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਲੋਕਾਂ ਲਈ ਤੁਸੀਂ ਆਪਣੇ ਦਰਵਾਜ਼ੇ ਖੋਲ੍ਹੋ ਤਾਂ ਜੋ ਕੁਝ ਲੋਕਾਂ ਦੀਆਂ ਜਾਨਾਂ ਬਚ ਸਕਣ। ਬਿਲਕੁਲ। ਜਿਵੇਂ ਸਰਕਾਰ ਪਹਿਲਾਂ ਕਹਿ ਰਹੀ ਹੈ ਅਸੀਂ ਮਦਦ ਬਹੁਤ ਕਰ ਰਹੇ ਹਾਂ, ਹਰ ਚੀਜ਼ ਦੇ ਰਹੇ ਹਾਂ, ਹਰ ਕਿਸੇ ਨੂੰ ਕੋਈ ਸਮੱਸਿਆ ਆ ਹੀ ਨਹੀਂ ਰਹੀ। ਪਰ ਜਿਵੇਂ ਹੁਣ ਕਿਹਾ ਜਾ ਰਿਹਾ ਸੈਂਟਰ ਸਰਕਾਰ ਵੱਲੋਂ ਕਿ 20 ਲੱਖ ਕਰੋੜ ਲੋਕਾਂ ਨੂੰ ਦਿੱਤਾ ਜਾ ਰਿਹਾ, ਕਿੰਨਾ ਕੁ ਫਾਇਦਾ ਮਿਲੂਗਾ ਜੀ ਇਹਦੇ ਨਾਲ? 60 ਦਿਨ ਤੋਂ ਬੰਦ ਹੈ ਜੀ। ਮੈਂ ਪਹਿਲਾਂ ਵੀ ਦੱਸ ਚੁੱਕਾ 20 ਲੱਖ ਕਰੋੜ ਕੀ ਦਿੱਤਾ ਜਾ ਰਿਹਾ ਕਿ ਇਹਨੂੰ ਬੰਦਾ ਲੋਨ ਦੇ ਦੇਵੇ, ਕੋਈ ਬੈਂਕ ਗਰੰਟੀ ਨਹੀਂ ਲਊਗਾ। ਕੀ ਨਹੀਂ ਕੀਤਾ ਜਾਊਗਾ, ਕਿਸ ਤਰ੍ਹਾਂ ਨਹੀਂ ਕੀਤਾ ਜਾਊਗਾ? ਪਹਿਲਾਂ ਵੀ ਲੋਕ ਇਹਨਾਂ ਦੇ ਪੈਸੇ ਲੈ ਕੇ ਬਾਹਰਲੇ ਮੁਲਕਾਂ 'ਚ ਭੱਜ ਜਾਂਦੇ ਨੇ। ਇਹਨਾਂ ਨੇ ਕੀ ਕੀਤਾ? ਕੋਈ ਗਰਾਊਂਡ ਲੈਵਲ ਦੇ ਉੱਤੇ ਕੰਮ ਕਰੋ ਕਿ ਹੁਣ ਲੋਕੀ ਭੁੱਖੇ ਮਰ ਰਹੇ ਨੇ। ਹੁਣ ਲੋਕੀ ਦੇ ਬੱਚੇ ਜਿਹੜੇ ਘਰਾਂ 'ਚ ਬਹਿ ਗਏ ਨੇ, ਉਹਨਾਂ ਦੀਆਂ ਲੋੜਾਂ ਨੇ, ਦੁੱਧ, ਦਹੀਂ, ਕੋਈ ਬੱਚਿਆਂ ਦੀ ਖੁਰਾਕ ਹੈ, ਛੋਟੇ-ਛੋਟੇ ਬੱਚਿਆਂ ਦੀ। ਮੌਕੇ ਦੇ ਉੱਤੇ ਕੀ ਕਰ ਰਹੇ ਹੋ? ਕਿਹੜਾ ਪਿੰਡ ਵਸਿਆ ਨਹੀਂ, ਮਤਲਬ ਕਦੋਂ ਲੋਨ ਲਏਗਾ, ਕਦੋਂ ਆਪਣੇ ਬੱਚਿਆਂ ਨੂੰ ਰੋਟੀ ਖਵਾਏਗਾ? ਮੌਕੇ ਦੇ ਉੱਤੇ ਹੱਲ ਹੋਣੇ ਚਾਹੀਦੇ ਨੇ। ਸਰਕਾਰ ਦੇ ਰਾਸ਼ਨ ਦੀ ਗਿਣਤੀ ਵੀ ਮੈਂ ਦੱਸ ਚੁੱਕਾ ਵਾਂ ਕਿ ਰਾਸ਼ਨ ਦੀ ਗਿਣਤੀ 50,000 ਕਿੱਟ ਅੰਮ੍ਰਿਤਸਰ 'ਚ ਭੇਜੀ ਗਈ ਸੀ, 10-10 ਕਿਲੋ ਦੀ। 11 ਹਲਕੇ ਉਹਦੇ ਵਿੱਚ ਪਾਏ ਸੀ। 26 ਲੱਖ ਦੀ ਆਬਾਦੀ ਨੂੰ ਮਤਲਬ ਤੁਸੀਂ 50,000 ਕਿੱਟ ਭੇਜੀ ਆ। 2 ਕਰੋੜ ਦੀ ਕੀਮਤ ਬਣਦੀ ਸੀ। 30 ਰੁਪਏ ਪਰ ਬੰਦਾ ਬਣਦੀ ਸੀਗੀ 2 ਮਹੀਨੇ ਦੇ ਵਿੱਚ। ਜੇ ਇਹਨਾਂ ਰਾਸ਼ਨ ਦਿੱਤਾ ਹੋਵੇ 30 ਰੁਪਏ ਦੇ ਵਿੱਚ ਇੱਕ ਬੰਦਾ 2 ਮਹੀਨੇ ਰੋਟੀ ਖਾ ਲੇਗਾ। ਜ਼ਮੀਨੀ ਤੌਰ ਤੇ ਕੰਮ ਕਰੋ। ਲੋਕਾਂ ਦੇ ਘਰਾਂ 'ਚ ਰਾਸ਼ਨ ਸਰਕਾਰ ਨੂੰ ਤੇ ਭੰਡਾਰ ਖੋਲ੍ਹ ਦੇਣੇ ਚਾਹੀਦੇ ਸੀ ਕਿ ਜਿੰਨੀ ਕਿਸੇ ਦਾ ਮਹੀਨੇ ਦਾ ਖਰਚਾ ਚਾਰਜੀਆਂ ਦੇ ਹਿਸਾਬ ਨਾਲ ਉਨੀ ਰੋਟੀ ਦਿੰਦੇ, ਨਾ ਕਿ ਇਹ ਮਾਪਦੰਡ ਤੈਅ ਕਰਦੇ ਵੀ 5 ਕਿਲੋ 10 ਕਿਲੋ ਦੇਣਾ। ਲੋਕਾਂ ਦਾ ਗੁਜ਼ਾਰਾ ਨਹੀਂ ਹੋ ਰਿਹਾ। ਮੈਂ ਫਿਰ ਕਹਿੰਦਾ ਇਸ ਤੋਂ ਬਦਤਰ ਜਿਹੜੇ ਹਾਲਾਤ ਤੁਹਾਡੇ ਹੋਣ ਜਾ ਰਹੇ ਨੇ ਉਹਦੇ ਉੱਤੇ ਮੈਂ
ਤੁਸੀਂ ਚੈਨਲ ਵੀ ਸਾਰਾ ਕੁਝ ਵਿਖਾਉਂਦੇ ਹੋ, ਲੋਕਾਂ ਦੀਆਂ ਇਹੋ ਜਿਹੀਆਂ ਰੋਜ਼ਮਰਾ ਦੀਆਂ ਮੁਸ਼ਕਲਾਂ ਦਿਖਾਓ। ਕੱਲਾ ਕਰੋਨਾ ਨੂੰ ਨਾ ਸਾਰਾ ਕੁਝ ਸਮਝ ਲਓ ਕਿ ਕਰੋਨਾ ਨਾਲ ਹੀ ਤਬਾਹ ਹੋਣਾ, ਇਹਨਾਂ ਚੀਜ਼ਾਂ ਦੇ ਨਾਲ ਵੀ ਅਸੀਂ ਲੋਕ ਤਬਾਹ ਹੋਣ ਡਏ ਆ। ਇਹਨਾਂ ਚੀਜ਼ਾਂ ਦੇ ਉੱਤੇ ਰੋਕ ਲੱਗਣੀ ਚਾਹੀਦੀ ਹੈ। ਜਿਵੇਂ ਹਾਲਾਤ ਵਿਗੜਦੇ ਜਾਂਦੇ ਆ, ਲੋਕ ਖੁਦਕੁਸ਼ੀਆਂ ਕਰਨ ਲੱਗ ਗਏ ਆ ਜੀ, ਇਸ ਤਰ੍ਹਾਂ ਜਿਵੇਂ ਤੁਸੀਂ ਦੱਸ ਰਹੇ ਹੋ, ਪਰ ਬਣੂਗਾ ਕੀ? ਜਿਵੇਂ ਸਰਕਾਰ ਕਹੀ ਜਾਂਦੀ ਆ ਦੇ ਰਹੇ ਆ ਸਾਰਾ ਕੁਝ, ਤੁਸੀਂ ਕਹਿੰਦੇ ਹੋ ਸਾਰਾ ਸਿਸਟਮ ਸਹੀ ਨਹੀਂ ਆ, ਪਰ ਬਣੂਗਾ ਕੀ? ਤੁਸੀਂ ਮੇਰੇ ਨਾਲ ਕਿਸੇ ਹਲਕੇ 'ਚ ਵੀ ਚਲੇ ਜਾਓ ਜੀ, ਮੇਰਾ ਸਰਕਾਰ ਨੂੰ ਚੈਲੰਜ ਹੈ। ਇੱਥੇ ਸਾਡੇ ਮਤਲਬ ਹੋਰ ਵੀ ਬੜੇ ਲੀਡਰ ਡਿੰਗਾ ਮਾਰਦੇ ਸੀ, ਮੈਂ ਇਕੱਲੇ ਘਰ 'ਚ ਰੋਟੀ ਪਚਾਈ ਆ। ਲਓ ਸਰਵੇ ਟੀਮ ਮੈਂ ਦਿੰਦਾ 100 ਬੰਦੇ ਦੀ ਸਰਕਾਰ ਨੂੰ, ਮੇਰੇ ਨਾਲ ਤੁਰੇ ਇਕੱਲੇ ਘਰ ਦੇ ਵਿੱਚ 25000 ਘਰ ਹੈ ਇੱਕ ਹਲਕੇ ਦੇ ਵਿੱਚ। 25000 'ਚ ਆਪਾਂ ਕੁੰਡਾ ਖੜਕਾ ਕੇ ਪੁੱਛਾਂਗੇ ਤੁਹਾਨੂੰ ਰਾਸ਼ਨ ਮਿਲਿਆ ਕਿ ਨਹੀਂ ਮਿਲਿਆ, ਤੇ ਇੱਥੇ ਨਤਾਰਾ ਕਰ ਦਿਓ। ਜੇ ਮੈਂ ਝੂਠਾ ਹਾਂ ਤੇ ਸਰਕਾਰ ਮੇਰੇ ਤੇ 420 ਦਾ ਪਰਚਾ ਦੇਵੇ ਤੇ ਮੈਨੂੰ ਫੜ ਕੇ ਫਾਂਸੀ ਲਾ ਦੇਵੇ। ਜ਼ਮੀਨੀ ਤੌਰ ਤੇ ਕੰਮ ਕਰੇ ਨਾ ਮੂੰਹ। ਸਰਕਾਰ ਵੀ ਬਿਆਨ ਜਾਰੀ ਕਰ ਦਿੰਦੀ ਇੰਨਾ ਰਾਸ਼ਨ ਚੱਲ ਗਿਆ। ਮੈਂ ਸਰਕਾਰ ਨੂੰ ਅੱਗੇ ਵੀ ਕਿਹਾ ਸੀ, ਜਿਹੜਾ ਰਾਸ਼ਨ ਤੁਸੀਂ ਆਪਣੇ ਨੁਮਾਇੰਦਿਆਂ ਰਾਹੀਂ ਵੰਡਦੇ ਹੋ, ਇਹ ਰਾਸ਼ਨ ਤੇ ਦੁਕਾਨਾਂ ਤੇ ਵਿਕਦਾ ਨਜ਼ਰ ਆਊਗਾ। ਆਇਆ ਪਿੱਛੇ ਜੇ ਸਿੱਧੂ ਸਾਹਿਬ ਨੂੰ ਤੁਸੀਂ ਕਟਹਿਰੇ 'ਚ ਖੜਾ ਕਰਤਾ। ਸਿੱਧੂ ਸਾਹਿਬ ਦੇਖਦੇ ਆ ਫੇਸਬੁੱਕ ਤੇ ਵੀਡੀਓ ਪਾਉਂਦੇ ਆ, ਕਹਿੰਦੇ ਕੋਈ ਬੰਦਾ ਰਹਿ ਨਾ ਜਾਵੇ, ਘਰ ਰਾਸ਼ਨ ਪਹੁੰਚਾ ਦਿਓ, ਪਰ ਤੁਸੀਂ ਉਹਨਾਂ ਨੂੰ ਵੀ ਕਟਹਿਰੇ 'ਚ ਖੜਾ ਕਰ ਲਿਆ। ਮੈਂ ਸਾਰੇ ਹਲਕੇ ਛੱਡ ਦਿਓ ਜੀ, ਮੈਂ ਨਾਂ ਨਹੀਂ ਸੀ ਲੈਣਾ ਚਾਹੁੰਦਾ, ਤੁਸੀਂ ਲੈ ਲਿਆ। ਮੇਰੀ ਨਜ਼ਰ 'ਚੋਂ ਬਹੁਤ ਗਿਰਿਆ ਹੋਇਆ ਬੰਦਾ। ਉਹਨਾਂ ਦੀ ਇੱਕ ਦਿਨ ਇੰਟਰਵਿਊ ਸੀ, ਮੈਂ 1.5 ਕਰੋੜ ਰੁਪਈਆ ਮੈਨੂੰ ਲੋਕਾਂ ਨੇ ਦਿੱਤਾ। ਮੈਂ ਹੁਣ ਤੁਹਾਨੂੰ ਹਿਸਾਬ ਲਾ ਕੇ ਦੱਸਣ ਲੱਗਾ ਕਿ 7000 ਸਿੱਧੂ ਸਾਹਿਬ ਨੇ ਕਿੱਟ ਸਰਕਾਰੀ ਲਈ ਸੀ, ਜਿਹਦੀ ਉਹਨਾਂ 14000 ਕਰ ਦਿੱਤੀ ਸੀ। 10 ਕਿਲੋ ਆਟਾ 5 ਕਿਲੋ 'ਚ ਕਰ ਦਿੱਤਾ ਸੀ। ਪਹਿਲੀ ਗੱਲ ਤੇ ਇਹੋ ਹੀ ਗੁਨਾਹ ਬਣਦਾ ਕਿ ਸਰਕਾਰ ਨੇ ਕੁਝ ਭੇਜਿਆ ਹੋਵੇ, ਤੁਸੀਂ ਵੰਡੋ ਅੱਗੇ। ਦੂਜਾ, ਮੈਂ ਸਿੱਧੂ ਸਾਹਿਬ ਤੇ ਆਉਣ ਲੱਗਾ ਕਿ 1 ਕਰੋੜ 36 ਲੱਖ ਦਾ ਉਹਨਾਂ ਕਿਹਾ ਮੈਂ ਰਾਸ਼ਨ ਵੰਡਿਆ। 25000 ਘਰ ਹੈ ਈਸਟ ਹਲਕੇ ਦੇ ਵਿੱਚ, ਤੇ 25 ਦੇ ਵਿੱਚੋਂ 25 ਨਹੀਂ ਲੈਣ ਵਾਲਾ। ਉਹ ਹਲਕਾ ਬਹੁਤ ਗਰੀਬ ਹੈ, ਉੱਥੇ 12 14 15000 ਘਰ ਹੋਊਗਾ। ਤੇ 1 ਕਰੋੜ 36 ਲੱਖ ਦੀ ਜਿਹੜਾ ਇਹਨਾਂ ਸਮਾਨ ਵੰਡਿਆ, ਉਹਦੇ 'ਚ 5 ਕਿਲੋ ਆਟਾ, 2 ਕਿਲੋ ਦਾਲ ਤੇ 2 ਕਿਲੋ ਖੰਡ ਹੈ। ਉਹ ਮੈਂ ਕਿੱਟ ਬਣਾ ਕੇ ਦਿੱਤੀ ਸੀ ਇਹਨਾਂ ਨੂੰ, 300 ਰੁਪਏ ਦੇ ਕਰੀਬ ਉਹ ਬਣਦੀ ਸੀ। ਤੇ ਮੈਂ ਕਿਹਾ 60000 ਕਿੱਟ ਬਣਦੀ ਇੰਨੇ ਪੈਸੇ ਨਾਲ। ਇੱਕ ਘਰ 'ਚ 3 ਵਾਰੀ ਰਾਸ਼ਨ ਚਲੇ ਜਾਂਦਾ। ਤੇ ਸਿੱਧੂ ਸਾਹਿਬ ਜ਼ਮੀਨ ਤੇ ਆਓ ਨਾ ਜਰਾ ਮੇਰੇ ਨਾਲ, ਤੁਹਾਡਾ ਹਲਕਾ ਤੇ ਅਸੀਂ ਰਾਸ਼ਨ ਵੰਡਿਆ ਅੰਮ੍ਰਿਤਸਰ ਦੇ ਵਿੱਚ। ਸਭ ਤੋਂ ਵੱਧ ਡਿਮਾਂਡ ਹੀ ਸਿੱਧੂ ਸਾਹਿਬ ਦੇ ਹਲਕੇ 'ਚੋਂ ਆਉਂਦੀ ਹੈ। ਮੈਂ ਤੁਹਾਨੂੰ ਕੀ ਦੱਸਾਂ। ਦੂਜੀ ਚੀਜ਼ ਮੈਂ ਸਿੱਧੂ ਸਾਹਿਬ ਨੂੰ ਕਹੀ ਸੀ ਕਿ ਤੁਸੀਂ ਦੁਕਾਨ ਚਲਾ ਲਈ ਰਾਸ਼ਨ ਦੇ ਨਾਂ ਦੇ ਉੱਤੇ ਆਪਣੀ। 1 ਕਰੋੜ 36 ਲੱਖ ਰੁਪਈਆ ਰਾਸ਼ਨ ਤੁਸੀਂ ਸਰਕਾਰੀ ਵੰਡ ਕੇ ਫੋਟੋਆਂ ਖਿਚਾ ਲੀਆਂ। 1 ਕਰੋੜ 36 ਲੱਖ ਦਾ ਹਿਸਾਬ ਤੇ ਦਿਓ। ਕੈਸ਼ ਤੁਸੀਂ ਆਪਣੇ ਘਰ ਰੱਖ ਰਿਹਾ, ਵਿਹਲੇ ਤੁਹਾਨੂੰ ਮੋਦੀ ਨੇ ਕੀਤਾ ਹੋਇਆ, ਨਾ ਤੁਸੀਂ ਕਿਸੇ ਟੀਵੀ ਤੇ ਕੰਮ ਕਰ ਸਕਦੇ ਹੋ। ਮੁੱਖ ਮੰਤਰੀ ਨੇ ਤੁਹਾਨੂੰ ਮੰਤਰੀ ਤੋਂ ਲਾਹ ਦਿੱਤਾ, ਤੇ ਤੁਹਾਡੀ ਕੋਈ ਠੱਗੀ ਠੋਰੀ ਨਹੀਂ ਚੱਲਣ ਡਈ। ਜਿੱਦਾਂ ਇਲੈਕਸ਼ਨਾਂ 'ਚ ਲੀਡਰ ਫੰਡ ਇਕੱਠਾ ਕਰਦੇ ਨੇ ਨਾ, ਇਸ ਤਰੀਕੇ ਤੁਸੀਂ ਫੰਡ ਇਕੱਠਾ ਕੀਤਾ। ਲਓ ਮੈਨੂੰ 1 ਕਰੋੜ 36 ਰੁਪਏ ਦਾ ਸਿੱਧੂ ਸਾਹਿਬ ਮਾਰਨ ਮੇਰੇ ਨਾਲ ਠੇਕਾ। ਜੇ 4 ਮਹੀਨਿਆਂ ਦਾ ਇਲਾਕੇ 'ਚ ਕੋਈ ਬੰਦਾ ਭੁੱਖਾ ਮਰ ਗਿਆ ਤੇ ਮੈਨੂੰ ਫੜ ਲਿਓ। ਜਾਓ ਸਾਰੇ 25000 ਦੇ 25000 ਬੰਦਾ ਮੇਰੇ ਕੋਲ ਰਾਸ਼ਨ ਲਵੇ 4 ਮਹੀਨੇ। ਕਮਾਲ ਕਰਦੇ ਨੇ। ਜ਼ਮੀਨ ਤੇ ਆਉਣ। ਮੈਂ ਪਹਿਲਾਂ ਵੀ ਉਹਨਾਂ ਦੀਆਂ ਇੰਨੀਆਂ ਪੋਲਾਂ ਖੋਲੀਆਂ ਨੇ। ਸਿੱਧੂ ਸਾਹਿਬ ਮੇਰਾ ਚੈਲੰਜ ਹੈ। ਉਹਨੂੰ ਡਰ ਲੱਗਦਾ ਨਾ ਮੇਰੇ ਸਾਹਮਣੇ ਬਹਿਣ ਤੋਂ, ਜਾਂ ਉਹਦਾ ਮੈਂ ਮੰਨ ਲਿਆ ਕੱਦ ਬਹੁਤ ਵੱਡਾ, ਉਹ ਮੇਰੇ ਸਾਹਮਣੇ ਬਹਿਣਾ ਨਹੀਂ ਚਾਹੁੰਦਾ। ਮੈਂ ਝੁੱਕ ਕੇ ਉਹਦੇ ਘਰ ਜਾਣ ਨੂੰ ਤਿਆਰ ਹਾਂ। ਇੱਕ ਚੈਨਲ ਵਾਲਾ ਮੇਰੇ ਨਾਲ ਚੱਲ ਜਾਵੇ ਇਮਾਨਦਾਰ, ਤੁਸੀਂ ਚੱਲ ਜਾਓ ਮੇਰੇ ਨਾਲ, ਕੋਈ ਮੀਡੀਆ ਦਾ ਬੰਦਾ ਚੱਲ ਜਾਵੇ, ਮੇਰੀਆਂ ਗੱਲਾਂ ਦੇ ਜਵਾਬ ਦੇ ਦੇ ਵੀ ਆਹ ਸਕੈਂਡਲ ਨੇ, ਆਹ ਠੱਗੀਆਂ ਨੇ। ਕਿਉਂ ਨਹੀਂ ਤੁਸੀਂ ਇਹਨਾਂ ਦੇ ਜਵਾਬ ਦਿੰਦੇ? ਮੈਂ ਵੋਟਰ ਆ ਯਾਰ, ਮੈਨੂੰ ਛੱਡ ਦਿਓ, ਮੈਂ ਮੰਨਾਂ ਵਾਂ। ਇਹ ਲੋਕ ਪੁੱਛ ਸਕਦੇ ਆ, ਸਿੰਗਲ ਵੋਟਰ ਬੰਦੇ ਨੂੰ ਕੰਮ ਪੁੱਛ ਸਕਦਾ। ਤੁਸੀਂ ਸਰਕਾਰ ਦੀ ਨੁਮਾਇੰਦਗੀ ਕੀਤੀ, ਇਹਨਾਂ ਚੀਜ਼ਾਂ ਦੇ ਹਿਸਾਬ ਦਿਓ। ਕਾਹਦੀ ਹੈਂਕੜ ਰੱਖਦੇ ਹੋ? ਕਿਉਂ ਨਹੀਂ ਲੋਕਾਂ ਨੂੰ ਜਵਾਬ ਦਿੰਦੇ ਤੁਸੀਂ? ਸਾਡੇ ਮਨ 'ਚ ਕੋਈ ਸ਼ੰਕਾ ਤੇ ਤੁਸੀਂ ਜਵਾਬ ਦਿਓ। ਤੁਸੀਂ ਅੱਜ ਤੁਸੀਂ ਮੈਨੂੰ ਦੱਸੋ, ਸਿੱਧੂ ਵਿਭਾਗ ਬੋਲਦਾ ਸੀ ਤੇ ਜੂਨ ਮਹੀਨੇ ਦਾ ਸਾਲ ਹੋ ਗਿਆ ਉਹਨੂੰ ਮੰਤਰੀ ਤੋਂ ਲਾਏ ਨੂੰ, ਤੇ ਇਹਨੂੰ ਤੇ ਕੈਪਟਨ ਅਮਰਿੰਦਰ ਸਿੰਘ ਦੀਆਂ ਧੂੜਾਂ ਪੜ ਦੇਣੀਆਂ ਚਾਹੀਦੀਆਂ ਸੀ। ਕਾਹਦਾ ਡਰ ਤੈਨੂੰ ਸਤਾਉਂਦਾ? ਅੱਜ ਨਾ ਤੁਸੀਂ ਬਾਦਲਾਂ ਦੇ ਖਿਲਾਫ ਬੋਲਦੇ ਹੋ, ਨਾ ਤੁਸੀਂ ਮੋਦੀ ਦੇ ਖਿਲਾਫ ਬੋਲਦੇ ਹੋ, ਨਾ ਤੁਸੀਂ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਬੋਲਦੇ ਹੋ। ਤੇ ਤੁਸੀਂ ਪੰਜਾਬ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਫਿਰ ਡਰ ਹੀ ਹੈ ਨਾ ਤੁਹਾਡੇ ਮਨ ਦੇ ਵਿੱਚ। ਤੁਸੀਂ ਇਹਨਾਂ ਚੀਜ਼ਾਂ ਦੇ ਉੱਤੇ ਸਫਾਈਆਂ ਦਿਓ। ਅੱਜ ਪੰਜਾਬ ਦੇ ਵਿੱਚ ਮੁੱਦੇ ਮੁੱਕ ਗਏ ਨੇ। ਬਾਈਬਲ ਕਲਾਂ ਵਾਲਾ ਮੁੰਡਾ ਠੀਕ ਹੋ ਗਿਆ, ਬਰਗਾੜੀ ਠੀਕ ਹੋ ਗਿਆ, ਨਸ਼ਾ ਮੁੱਕ ਗਿਆ, ਰੇਤਾ ਠੀਕ ਹੋ ਗਈ, ਸ਼ਰਾਬ ਠੀਕ ਹੋ ਗਈ, ਟਰਾਂਸਪੋਰਟ ਮਾਫੀਆ ਠੀਕ ਹੋ ਗਿਆ, ਕੇਬਲ ਮਾਫੀਆ ਠੀਕ ਹੋ ਗਿਆ। ਕੀ ਗੱਲ ਬੋਲਦੇ ਕਿਉਂ ਨਹੀਂ? ਉਹ ਹਮੇਸ਼ਾ ਤਰਕ ਦੇ ਦਿੰਦੇ ਨੇ, ਮੇਰੀ ਸੁਣਦਾ ਨਹੀਂ ਕੋਈ। ਮੇਰੀ ਵੀ ਕਈ ਥਾਵਾਂ ਤੇ ਨਹੀਂ ਸੁਣੀ ਜਾਂਦੀ, ਪਰ ਮੇਰਾ ਸਮਾਜ ਪ੍ਰਤੀ ਫਰਜ਼ ਤੇ ਹੈਗਾ। ਮੈਂ ਬੋਲਣੋਂ ਕਿਉਂ ਹਟੂੰਗਾ? ਮੈਂ ਬੋਲੂੰਗਾ, ਲੋਕਾਂ ਦੀ ਆਵਾਜ਼ ਜਿਹੜੀ ਉੱਤੋਂ ਤੱਕ ਪਹੁੰਚਾਊਂਗਾ। ਜਿੱਥੋਂ ਤੱਕ ਮੇਰਾ ਰੌਲਾ ਪੈਂਦਾ, ਇਹ ਬੋਲਣ ਇਹਨਾਂ ਦੀ ਆਵਾਜ਼ ਮੇਰੇ ਨਾਲੋਂ ਜ਼ਿਆਦਾ ਗੂੰਜ ਸਕਦੀ ਆ। ਬੋਲਦੇ ਕਿਉਂ ਨਹੀਂ? ਇਹ ਸਵਾਲ ਇਹਨਾਂ ਨੂੰ ਕਰੋ। ਮੀਡੀਆ ਦੇ ਸਾਹਮਣੇ ਬੰਦਾ ਆਉਣ ਨੂੰ ਤਿਆਰ ਨਹੀਂ। YouTube ਦੇ ਉੱਤੇ ਮੈਸੇਜ ਦਿੰਦੇ ਨੇ ਆਪਣਾ ਇਹ ਉਹ ਫਲਾਣਾ ਢਮਕਾਣਾ। ਜੇ ਤੁਸੀਂ ਸੱਚੇ ਸੁੱਚੇ ਦੁਨੀਆ ਦਾ ਪਹਿਲਾ ਲੀਡਰ ਹੈ ਜਿਹਨੇ ਮੀਡੀਆ ਤੋਂ ਦੂਰੀ ਬਣਾ ਲਈ, ਮੈਨੂੰ ਪੂਰੇ ਮੁਲਕ ਦੇ ਵਿੱਚ, ਪੂਰੀ ਵਰਲਡ ਦੇ ਵਿੱਚ ਦੱਸ ਦਿਓ ਕਿ ਕਿਹੜਾ ਬੰਦਾ ਮੀਡੀਆ ਤੋਂ ਦੂਰੀ ਬਣਾਉਂਦਾ ਸਿਵਾਏ ਨਵਜੋਤ ਸਿੰਘ ਸਿੱਧੂ ਤੋਂ। ਕੀ ਕਮਜ਼ੋਰੀਆਂ ਨੇ ਤੁਹਾਡੇ ਅੰਦਰ, ਤੁਸੀਂ ਦੱਸਦੇ ਕਿਉਂ ਨਹੀਂ? ਜਾਓ ਸਿੱਧੂ ਸਾਹਿਬ ਨੂੰ ਮੈਂ ਕਹਿਣਾ, ਮੇਰੇ ਕੋਲ 15-16 ਸਕੈਂਡਲ ਨੇ ਇਹਨਾਂ ਦੇ। ਮੈਂ ਇਹਨਾਂ ਨੂੰ ਕੱਲ ਵੀ ਕਹਿਣਾ ਚਾਹੁੰਦਾ ਸੀ ਕਿ 1.5-2 ਸਾਲ ਰਹਿ ਗਏ ਇਲੈਕਸ਼ਨ ਦੇ ਵਿੱਚ, ਲੱਗੋ ਤੁਸੀਂ ਅੱਗੇ, ਕੱਢੋ ਇਹਨਾਂ ਨੂੰ ਗਾਲਾਂ ਤੇ ਕੱਢੋ ਇਹਨਾਂ ਦਾ ਜਲੂਸ। ਜਿਹੜੇ ਇਹਨਾਂ ਮੁੱਦੇ ਹੱਲ ਨਹੀਂ ਕੀਤੇ, ਮੈਂ ਵੀ ਤੁਹਾਡੀ ਹਮਾਇਤ ਕਰੂੰਗਾ, ਪਰ ਜ਼ਮੀਨ ਤੇ ਆਓ। ਇਹ ਨਹੀਂ ਮੌਕੇ ਦੇ ਮੌਕੇ ਨਿਕਲੋ, 2-2 ਸਾਲ ਗਾਇਬ ਹੋ ਜਾਓ। ਇਹ ਤੁਹਾਡੇ ਮਨ 'ਚ ਪੰਜਾਬ ਦਾ ਦਰਦ ਹੈ। ਅੱਜ ਆਓ ਜ਼ਮੀਨ ਦੇ ਉੱਤੇ, ਅਸੀਂ ਵੀ ਤੁਹਾਡੇ ਨਾਲ ਕੰਮ ਕਰਾਂਗੇ। ਤੇਰੇ ਸਾਰੇ ਕੀਤੇ ਗੁਨਾਹ ਮਾਫ। 2 ਸਾਲ ਕੰਮ ਤੇ ਕਰ, 2 ਸਾਲ ਲੋਕਾਂ ਦੇ ਹੱਕਾਂ ਦੀ ਆਵਾਜ਼ ਤੇ ਚੁੱਕ, 2 ਸਾਲ ਲੋਕਾਂ ਦੇ ਮੁੱਦੇ ਤੇ ਚੁੱਕੋ, ਹਵਾ 'ਚ ਗੱਲਾਂ ਨਾ ਕਰੋ। ਕਿਤੇ ਨਾ ਕਿਤੇ ਲੋਕਾਂ 'ਚ ਉਹਨਾਂ ਦਾ ਅਕਸ਼ ਚੰਗਾ ਦਿਸਦਾ, ਲੋਕ ਉਹਨਾਂ ਨੂੰ ਚਾਹੁੰਦੇ ਨਹੀਂ, ਪਰ ਤੁਸੀਂ ਉਹਨਾਂ ਦੀਆਂ ਪੋਲਾਂ ਖੋਲ੍ਹਦੇ ਹੋ। ਇਹ ਮੇਰੇ ਕਾਗਜ਼ ਝੂਠੇ ਹੋਣ,
ਜੇ ਮੇਰੇ ਕੋਲ ਮਤਲਬ ਜਿਹੜੇ ਪ੍ਰੂਫ ਝੂਠੇ ਹੋਣ ਤੇ ਸਿੱਧੂ ਸਾਹਿਬ ਦਾ ਬੜਾ ਤਾਕਤਵਰ ਕੱਦ ਹੈ। ਸਿੱਧੂ ਸਾਹਿਬ ਦੇ ਅੱਜ ਔਕਾ ਦੇਣਗੇ ਤੇ ਮੇਰੇ ਖਿਲਾਫ 10,000 ਬੰਦਾ ਇਕੱਠਾ ਹੋ ਜਾਣਾ, ਲਾ ਕੇ ਧਰਨਾ ਮੇਰੇ ਤੇ ਪਰਚਾ ਦਰਜ ਕਰਾ ਦੇਣ। ਫੇਸ ਕਿਉਂ ਨਹੀਂ ਕਰਦੇ? ਮੈਂ ਇਹਨਾਂ ਨੂੰ ਕਿਹਾ ਮੈਂ ਤੁਹਾਡੇ ਅੰਦਰ ਵੜ ਕੇ ਜਵਾਬ ਲੈਣ ਨੂੰ ਤਿਆਰ ਹਾਂ ਕਿ ਆਹ ਮੇਰੀਆਂ ਫਾਈਲਾਂ ਨੇ, ਆਹ ਮੇਰੇ ਕੋਲ ਘਪਲੇ ਨੇ, ਦੱਸੋ ਤੁਸੀਂ। ਮੈਂ ਫਿਰ ਕਹਿਣਾ ਕਿ ਜਿਵੇਂ ਬਾਦਲ, ਕੈਪਟਨ, ਇਹ ਪ੍ਰੋਫੈਸ਼ਨਲ ਪੋਲੀਟੀਸ਼ੀਅਨ ਨੇ। ਜੇ ਕਿਤੇ ਸਿੱਧੂ, ਮੈਂ ਨਹੀਂ ਕਹਿੰਦਾ ਮੈਂ ਕੋਈ ਪੰਜਾਬ 'ਚ ਪਾਰਟੀ ਬਣਾ ਸਕਦਾ, ਮੇਰੀ ਕੋਈ ਇੰਨੀ ਹੈਸੀਅਤ ਨਹੀਂ ਹੈਗੀ ਕਿ ਮੈਂ ਪੂਰੇ ਪੰਜਾਬ ਨੂੰ ਬਚਾ ਸਕਦਾ। ਮੈਂ ਆਪਣਾ ਤਿਲ ਫੁੱਲ ਯੋਗਦਾਨ ਪਾਉਂਦਾ ਰਹਿਣਾ ਵਾਂ, ਪਰ ਮੈਂ ਸਿੱਧੂ ਸਾਹਿਬ ਨੂੰ ਕਹਿਣਾ ਕਿ ਤੁਸੀਂ ਪੰਜਾਬ ਦੀ ਆਵਾਜ਼ ਬਣ ਸਕਦੇ ਹੋ, ਪਰ ਪਹਿਲਾਂ ਇਹਨਾਂ ਘਪਲਿਆਂ ਦੇ ਉੱਤੇ ਸਫਾਈ ਤੇ ਦਿਓ। ਤੁਹਾਨੂੰ ਡਰ ਕਾਹਦਾ ਸਤਾਉਂਦਾ? ਪੰਜਾਬ ਲਈ ਲੜਦੇ ਕਿਉਂ ਨਹੀਂ? ਅੱਜ ਬੋਲਦੇ ਕਿਉਂ ਨਹੀਂ? ਨਾ ਉਹ ਮੋਦੀ ਦੇ ਖਿਲਾਫ ਬੋਲਦੇ ਨੇ, ਨਾ ਕੈਪਟਨ ਦੇ ਖਿਲਾਫ ਬੋਲਦੇ ਨੇ, ਨਾ ਸੁਖਬੀਰ ਬਾਦਲ ਦੇ ਖਿਲਾਫ ਬੋਲਦੇ ਨੇ। ਤੇ ਲੜਾਈ ਇਹਨਾਂ ਕਿਹਨਾਂ ਨਾਲ ਲੜਨੀ ਹੈ? ਜੇ ਇਲੈਕਸ਼ਨ ਦੇ ਦੌਰਾਨ ਹੀ ਨਿਕਲੇ ਤੇ ਇਸ ਤੋਂ ਵੱਡਾ ਪੰਜਾਬ ਦਾ ਨੁਕਸਾਨ ਨਹੀਂ ਹੋਊਗਾ ਕਿ ਉਹ ਜੇ ਸਿੱਧੂ ਵਰਗੇ ਬੰਦੇ ਦੇ ਹੱਥ 'ਚ ਕਮਾਂਡ ਆ ਗਈ ਤਾਂ ਤੁਹਾਨੂੰ ਕੈਪਟਨ ਬਾਦਲ ਵੀ ਭੁਲਾ ਦੇਣਗੇ। ਤੁਸੀਂ ਸਿੱਧੂ ਸਾਹਿਬ ਨੂੰ ਬਹੁਤ ਚੈਲੰਜ ਕਰ ਚੁੱਕੇ ਹੋ, ਤੁਸੀਂ ਦਰਿਆ ਦੀਆਂ ਗੱਲਾਂ ਵੀ ਕਰ ਲਈਆਂ ਵੀ ਜੇ ਝੂਠੇ ਹੋਏ ਦਰਿਆ 'ਚ ਛਾਲ ਮਾਰ ਜਾਾਂਗੇ। ਤੁਸੀਂ ਕਹਤਾ ਤੁਸੀਂ ਨਾ ਮਾਰਿਓ, ਵਾਪਸ ਚਲੇ ਜਾਓ, ਤੁਸੀਂ ਆਪਣੀ ਗੱਲ ਕੀਤੀ ਸੀ। ਪਰ ਜਿਹੜੇ ਤੁਹਾਡੇ ਕੋਲ ਪ੍ਰੂਫ ਆ, ਸਬੂਤ ਆ, ਜੇ ਤੁਹਾਨੂੰ ਜਵਾਬ ਨਹੀਂ ਦਿੰਦੇ ਤੁਸੀਂ ਜਨਤਕ ਕਿਉਂ ਨਹੀਂ ਕਰਦੇ ਫਿਰ? ਮੈਂ ਕਿੰਨੀ ਵਾਰੀ ਜਨਤਕ ਕੀਤੇ ਜੀ। ਮੜੀਆਂ ਦਾ ਮੁੱਦਾ ਆਇਆ, ਮੈਂ ਸਿੱਧੂ ਸਾਹਿਬ ਨੂੰ ਦੱਸਿਆ ਜੀ ਆਹ ਤੁਹਾਡੀ ਵਾਈਫ ਪੈਸੇ ਖਾ ਗਈ। ਕਲੱਬਾਂ ਦਾ ਮੁੱਦਾ ਆਇਆ, ਇਹ ਕਿਸ ਤਰ੍ਹਾਂ ਹੋਇਆ ਕਿ ਕਲੱਬ ਕਿਸੇ ਸਰਕਾਰੀ ਨੂੰ ਪੈਸੇ ਗਏ ਤੇ ਕੈਸ਼ ਪਿਆ ਤੁਹਾਡਾ ਪੀਏ ਕਢਾ ਲਿਆ ਵੇ। ਮੈਂ 8-9 ਮੁੱਦੇ ਅਖਬਾਰਾਂ ਦੇ ਵਿੱਚ ਨੇ, ਇੱਥੇ ਛਪੇ ਨੇ, ਸਾਰਾ ਕੁਝ ਨੇ। ਸਿੱਧੂ ਸਾਹਿਬ ਨੇ ਇੱਕ ਮੁੱਦੇ ਤੇ ਕਿਹਾ IAS ਅਫਸਰ ਇਨਕੁਆਇਰੀ ਕਰੇਗਾ, ਉਦੋਂ ਮੰਤਰੀ ਹੁੰਦੇ ਸੀ, ਕਿਉਂ ਨਹੀਂ ਇਨਕੁਆਇਰੀਆਂ ਕਰਾਈਆਂ ਗਈਆਂ? ਲਓ ਮੈਂ ਫਿਰ ਕਹਿਣਾ, ਮੈਂ ਇੱਕ ਦਿਨ ਇਹ ਵੀ ਕਿਹਾ ਸੀ ਕਿ ਜੇ ਮੈਂ ਝੂਠਾ ਤੇ ਮੈਂ ਬਿਆਸ ਦਰਿਆ ਛਾਲ ਮਾਰ ਦੂੰ, ਸਿੱਧੂ ਸਾਹਿਬ ਝੂਠੇ ਨੇ ਤੇ ਉਹ ਛਾਲ ਮਾਰ ਦੇਣ। ਚਲੋ ਸਮਝਦੇ ਹੋਣਗੇ ਕਿ ਪੰਜਾਬ ਨੂੰ ਉਹਨਾਂ ਦੀ ਬਹੁਤ ਲੋੜ ਹੈ, ਛਾਲ ਨਾ ਮਾਰਨ। ਮੇਰੇ ਨਾਲ ਮੈਂ ਛਾਲ ਮਾਰ ਦੂੰ ਝੂਠਾ ਆ ਤੇ ਸਿੱਧੂ ਸਾਹਿਬ ਉੱਥੋਂ ਮਾਫੀ ਮੰਗ ਕੇ ਆ ਜਾਣ। ਜੇ ਇਹ ਵੀ ਵਾਰਾ ਨਹੀਂ ਖਾਂਦਾ, ਅੱਜ ਕੱਲ੍ਹ ਮਤਲਬ ਸੋਸ਼ਲ ਮੀਡੀਆ ਹੈ, ਇਲੈਕਟ੍ਰੋਨਿਕ ਮੀਡੀਆ ਐਕਟਿਵ ਹੈ, ਘਰੇ ਸਕਾਈਪ ਦੇ ਉੱਤੇ ਚਾਲੂ ਆਨਲਾਈਨ ਹੋ ਜਾਣ, ਤੁਹਾਡੇ ਚੈਨਲ ਰਾਹੀਂ ਹੋ ਜਾਣ, ਮੇਰੇ ਰਾਹੀਂ ਹੋ ਜਾਣ। ਮੈਂ ਸਵਾਲ ਰੱਖ ਦਿੰਦਾ ਉਹਨਾਂ ਦੇ ਅੱਗੇ ਵੀ ਆਹ ਸਵਾਲਾਂ ਦੇ ਜਵਾਬ ਦੇ ਦਿਓ, ਉੱਥੇ ਹੀ ਮੈਂ ਚੈਨਲ ਤੇ ਮਾਫੀ ਮੰਗ ਲੂੰਗਾ ਜੇ ਮੈਂ ਝੂਠਾ ਹੋਇਆ ਤੇ। ਤੁਹਾਨੂੰ ਡਰ ਨਹੀਂ ਲੱਗਦਾ? ਕਿਉਂਕਿ ਇੱਕ ਮੰਤਰੀ ਸੀ, ਉਹ ਸਾਬਕਾ ਮੰਤਰੀ ਆ, ਬੇਸ਼ੱਕ ਸਰਕਾਰ ਦੇ ਵਿੱਚ ਉਹਨਾਂ ਦਾ ਹੱਥ ਹੈ, ਡਰ ਨਹੀਂ ਲੱਗਦਾ ਤੁਹਾਨੂੰ ਬੋਲਦਿਆਂ? ਡਰ ਮੈਨੂੰ ਪ੍ਰਮਾਤਮਾ ਤੋਂ ਲੱਗਦਾ ਜੀ। ਮੇਰਾ ਕੁਝ ਜੇ ਮੈਨੂੰ ਜੀਵਨ ਮਿਲਿਆ ਤੇ ਕਿਤੇ ਨਾ ਕਿਤੇ ਮੇਰਾ ਫਰਜ਼ ਅਦਾ ਕਰਨ ਲਈ, ਸਮਾਜ ਦੇ ਲੋਕਾਂ ਦੀ ਆਵਾਜ਼ ਚੁੱਕਣ ਲਈ ਮਿਲਿਆ। ਡਰ ਫਿਰ ਤਾਂ ਮੈਂ ਵਿਕਰਮ ਮਜੀਠੀਆ ਖਿਲਾਫ ਵੀ ਬੋਲਦਾ ਸੀ, ਉਹ ਵੀ ਬੜਾ ਵੱਡਾ ਗੁੰਡਾ ਸੀ, ਮੈਨੂੰ ਉਹਦੇ ਕੋਲ ਵੀ ਡਰ ਲੱਗਣਾ ਚਾਹੀਦਾ ਸੀਗਾ। ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਵੀ ਬੋਲ ਦੇਣਾ, ਫਿਰ ਮੈਂ ਡਰ ਮਰਨਾ ਤੇ ਹੈ ਹੀ ਇੱਕ ਦਿਨ ਜ਼ਿੰਦਗੀ 'ਚ, ਤੇ ਕਿਉਂ ਨਾ ਲੜ ਕੇ ਮਰਿਆ ਜਾਵੇ, ਇਹ ਮੇਰੇ ਮਨ ਦੇ ਵਿੱਚ ਹੈ। ਪਰ ਮੈਂ ਫਿਰ ਕਹਿਣਾ ਸਿੱਧੂ ਸਾਹਿਬ ਨੂੰ ਕਿ ਆਓ ਮੈਦਾਨ 'ਚ। ਚਲੋ ਠੀਕ ਆ, ਲੋਕ ਤੁਹਾਡੇ ਤੇ ਯਕੀਨ ਕਰਦੇ ਹੋਣਗੇ, ਮੇਰੇ ਸਵਾਲਾਂ ਦੀ ਕੋਈ ਵੈਲਿਊ ਨਹੀਂ। ਤੁਸੀਂ ਹੁਣ 2 ਸਾਲ ਲਾਓ ਤੇ ਸਹੀ ਪੰਜਾਬ ਲਈ, ਪੰਜਾਬ ਦੀ ਆਵਾਜ਼ ਤੇ ਬਣੋ। ਪੰਜਾਬ ਦੀ ਵਾਗਡੋਰੀ ਕਿਸੇ ਦੇ ਹੱਥ 'ਚ ਨਹੀਂ ਹੈਗੀ। ਆਪੋਜੀਸ਼ਨ ਤੇ ਦੂਜੇ ਸਾਰੇ ਫਿਕਸ ਮੈਚ ਆ, ਚੋਰ ਕੁੱਤੀ ਰਲੇ ਹੋਏ ਨੇ। ਕਿਉਂ ਨਹੀਂ ਇੰਨੇ ਵਿੱਚ ਇੱਥੇ ਆ ਹੁਣ ਘਪਲੇ ਹੋਏ? ਤੁਸੀਂ ਮੇਰੇ ਕੋਲ ਇੰਟਰਵਿਊ ਕਰਕੇ ਗਏ ਸੀ, ਮੈਂ ਉਦੋਂ ਤੁਹਾਨੂੰ ਦੱਸਿਆ ਸੀ ਕਿ ਕਰੋਨਾ ਤੇ ਬੜੀ ਛੋਟੀ ਜੀ ਚੀਜ਼ ਰਹਿ ਗਿਆ। ਕਰੋਨਾ ਦੀ ਆੜ 'ਚ ਕਿੰਨੇ ਘਪਲੇ ਹੋਣੇ ਨੇ, ਰਾਸ਼ਨ, PP ਕਿੱਟ, ਗਲਵਜ਼, ਮਾਸਕ, ਤੇ ਉਹ ਹੋਣੇ ਸ਼ੁਰੂ ਹੋ ਗਏ। ਤੁਹਾਡੇ ਸਾਹਮਣੇ ਆਵਾਜ਼ਾਂ ਉੱਠਣੀਆਂ ਸ਼ੁਰੂ ਹੋ ਗਈਆਂ। ਇਹ ਇਕੱਲਾ ਮਨਦੀਪ ਸਿੰਘ ਮੰਨਾ ਦਾ ਫਰਜ਼ ਆ, ਇਹ ਸਾਰ ਨਵਜੋਤ ਸਿੰਘ ਸਿੱਧੂ ਦਾ ਫਰਜ਼ ਨਹੀਂ, ਇਹ ਆਪੋਜੀਸ਼ਨ ਦਾ ਫਰਜ਼ ਨਹੀਂ। ਕਿਹੜਾ ਬੰਦਾ ਜ਼ਮੀਨ ਦੇ ਉੱਤੇ ਜਿਹੜਾ ਆਪੋਜੀਸ਼ਨ ਵਾਲਾ ਆਪਣਾ ਫਰਜ਼ ਨਿਭਾਉਣ ਡਿਆ? ਸਭ ਨੂੰ ਇੱਕ ਦੂਜੇ ਦੀਆਂ ਚੋਰੀਆਂ ਪਤਾ ਨੇ, ਇੱਕ ਦੂਜੇ ਦੀਆਂ ਫਾਈਲਾਂ ਨੇ, ਤੇ ਕੋਈ ਕਿਸੇ ਦੇ ਖਿਲਾਫ ਨਹੀਂ ਬੋਲਦਾ। ਜਾਂਦੇ ਜਾਂਦੇ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਜੀ? ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ? ਜਾਂਦੇ ਜਾਂਦੇ ਮੈਂ ਲੋਕਾਂ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਜੀ, ਦੇਖੋ ਆਪਣਾ ਬਚਾਅ ਆਪ ਕਰੋ। ਇਹਨਾਂ ਕੋਲ ਕੋਈ ਹੱਲ ਨਹੀਂ ਹੈਗਾ ਕਰੋਨਾ ਨਾਲ ਲੜਨ ਦਾ। ਕਰੋਨਾ ਲਈ ਤੁਹਾਨੂੰ ਜੇ ਸਾਨੂੰ ਕਿਸੇ ਨੂੰ ਹੋ ਜਾਂਦਾ, ਇਹਨਾਂ ਕੋਲ ਪੂਰੇ ਵੈਂਟੀਲੇਟਰਸ ਨਹੀਂ ਹੈਗੇ, ਆਈਸੋਲੇਟ ਸੈਂਟਰ ਨਹੀਂ ਹੈਗੇ। ਆਪੋ ਆਪਣਾ ਪਰਹੇਜ਼ ਕਰੋ, ਜੋ ਮਤਲਬ ਹਦਾਇਤਾਂ ਨੇ ਜਿਹਦੇ ਨਾਲ ਬਚਿਆ ਜਾ ਸਕਦਾ। ਆਪਣੇ ਹੱਥਾਂ ਦੀ ਸਫਾਈ ਤੇ ਆਪ ਜੋ ਤੁਹਾਨੂੰ ਹਦਾਇਤਾਂ ਨੇ, ਮਾਸਕ, ਆਪਣਾ ਮੂੰਹ ਜ਼ਰੂਰੀ ਥੋੜੀ ਮਾਸਕ ਨਾਲ ਢੱਕ ਕੇ ਰੱਖਣਾ, ਕੋਈ ਪਰਨੇ ਨਾਲ ਢੱਕ ਲਓ, ਕੁਝ ਵੀ ਇਹੋ ਤਰੀਕੇ ਤੁਹਾਨੂੰ ਆਪਣੇ ਆਪ ਹੀ ਬਚਣਾ ਪੈਣਾ। ਰੱਬ ਆਸਰੇ ਬਚਣਾ ਪੈਣਾ, ਤੇ ਜੋ ਤੁਹਾਡਾ ਦਿਮਾਗ ਚੱਲਦਾ ਤੁਸੀਂ ਉਹਦੇ ਆਸਰੇ ਬਚ ਸਕਦੇ ਹੋ। ਸਰਕਾਰ ਕੋ ਕਿੰਨੀ ਕਾਸ ਕਰਦੇ ਹੋ? ਪਿੱਛੇ ਜਿਹੇ ਸ਼ਰਧਾਲੂ ਕਿੰਨੇ ਆਏ ਸੀਗੇ, ਪੋਜ਼ਿਟਿਵ ਕਹਿ ਦਿੱਤੇ, ਅੱਜ ਉਹ ਸਾਰੇ ਹੀ ਨੈਗੇਟਿਵ। ਇਹ ਸਾਰੀਆਂ ਸਾਜ਼ਿਸ਼ਾਂ ਨੇ। ਕਿਉਂ? ਪੰਜਾਬ ਸਰਕਾਰ ਨੇ ਕੋਈ ਹੱਲ ਲੱਭ ਲਿਆ ਦਾ ਯਾਰ? ਮਤਲਬ ਇਹ ਲੋਕਾਂ ਦੀਆਂ ਬਿਮਾਰੀਆਂ ਠੀਕ ਕਰ ਦਿੱਤੀਆਂ। ਜੇ ਪੰਜਾਬ ਕੋਲ ਕੋਈ ਹੱਲ ਹੈਗਾ, ਇੰਨੀ ਭਾਰੀ ਗਿਣਤੀ 'ਚ ਇੱਥੇ ਲੋਕ ਠੀਕ ਹੋਣੇ ਸ਼ੁਰੂ ਹੋ ਗਏ ਨੇ, ਤੇ ਸਾਰੇ ਹਿੰਦੁਸਤਾਨ ਦੇ ਪੇਸ਼ੈਂਟ ਇੱਥੇ ਬੁਲਾ ਲਓ। ਫਿਰ ਕਿਹੜਾ ਨੁਸਖਾ ਇਹਨਾਂ ਕੋਲ, ਕਿਹੜਾ ਇਹਨਾਂ ਜੰਤਰ ਲੱਭ ਲਿਆ ਜਿਹਦੇ ਨਾਲ ਕਰੋਨਾ ਠੀਕ ਹੋਣ ਡਿਆ? ਇਹਨਾਂ ਚੀਜ਼ਾਂ ਦੇ ਵਿੱਚ ਆਉਣ ਦੀ ਲੋੜ ਨਹੀਂ। ਮੈਂ ਕੈਪਟਨ ਅਮਰਿੰਦਰ ਸਿੰਘ ਹੋਣਾ ਨੂੰ ਵੀ ਇਹ ਕਹਿਣਾ ਚਾਹੁੰਦਾ, ਬੜੇ ਦਲੇਰ ਤੁਸੀਂ ਮੁੱਖ ਮੰਤਰੀ ਗਿਣੇ ਜਾਂਦੇ ਸੀ 2002 ਤੋਂ 2007 ਵਾਲੇ, ਉਹ ਦਲੇਰੀ ਵਿਖਾਓ। ਸਰਕਾਰ ਨੂੰ ਹਰ ਤੀਜੇ ਦਿਨ ਬੁਲੇਟਿਨ ਜਾਰੀ ਕਰਨਾ ਚਾਹੀਦਾ ਕਿ ਕਿੰਨੇ ਲੋਕ ਨੇ, ਅਸੀਂ ਲੋਕਾਂ ਲਈ ਕੀ ਕਰ ਰਹੇ ਹਾਂ, ਕੀ ਨਹੀਂ ਕਰ ਰਹੇ। ਇਹ ਸਰਕਾਰ ਦਾ ਫਰਜ਼ ਬਣਦਾ, ਸਾਨੂੰ ਹਨੇਰੇ 'ਚ ਨਾ ਰੱਖੋ। ਅੱਜ ਲਾਕਡਾਊਨ ਖੁੱਲ੍ਹ ਗਿਆ ਤੇ ਕੀ ਗੱਲ ਕਰੋਨਾ ਮਤਲਬ ਠੀਕ ਹੋ ਗਿਆ, ਜਾਂ ਕਰੋਨਾ ਕਿਤੇ ਚਲ ਗਿਆ ਜਹਾਜ਼ 'ਚ ਚੜ੍ਹ ਕੇ? ਅੱਜ ਵੀ ਕਰੋਨਾ ਇੱਥੇ ਹੈ, ਸਾਰਾ ਕੁਝ ਇੱਥੇ ਹੈ। ਫਿਰ 50-60 ਦਿਨ ਸਾਡੇ ਖਰਾਬ ਕਿਉਂ ਕੀਤੇ ਗਏ? ਇਹੋ ਜਿਹੇ ਫੈਸਲੇ ਨਾ ਲਏ ਜਾਣ, ਮੂਰਖਤਾ ਭਰੇ। ਇੱਕ ਚੀਜ਼ ਦੇ ਉੱਤੇ ਸਟੈਂਡ ਰੱਖਿਆ ਜਾਵੇ, ਬਾਰ-ਬਾਰ ਸਟੈਂਡ ਨਾ ਬਦਲੇ ਜਾਣ। ਲੋਕੀ ਦੁਚਿੱਤੀ 'ਚ ਨੇ, ਜਦੋਂ ਮੁੱਖ ਮੰਤਰੀ ਤੀਜੀ ਚੌਥੀ ਵਾਰੀ ਸਟੈਂਡ ਬਦਲ ਲੈਂਦੇ ਨੇ ਤੇ ਉਹ ਚੰਗਾ ਮੈਸੇਜ ਨਹੀਂ ਜਾਂਦਾ। ਕੈਪਟਨ ਅਮਰਿੰਦਰ ਸਿੰਘ ਦ੍ਰਿੜ ਤੇ ਦਲੇਰ ਮੁੱਖ ਮੰਤਰੀ ਸੀਗੇ, ਉਸੇ ਛਵੀ ਨੂੰ ਆਪਣੀ ਨੂੰ ਦੁਬਾਰਾ ਲੋਕਾਂ ਦੇ ਵਿੱਚ ਕਾਇਮ ਕਰਨੇ ਮੇਰਾ ਮੈਸੇਜ ਹੈ ਉਹਨਾਂ ਨੂੰ। ਬਹੁਤ ਬਹੁਤ ਧੰਨਵਾਦ, ਮਿਹਰਬਾਨੀ। ਦਰਸ਼ਕੋ, ਸੁਨੀਲ ਸੇਠ ਦੇ ਪਰਿਵਾਰ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸੀ। ਸੁਨੀਲ ਸੇਠ ਨੇ ਬੀਤੇ ਕੱਲ੍ਹ ਜਿਹੜੀ ਆਰਥਿਕ ਤੰਗੀ ਦੇ ਕਾਰਨ ਖੁਦਕੁਸ਼ੀ ਕੀਤੀ ਹੈ, ਉਸ ਦੀ ਵਾਈਫ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਸ
ਪਤਨੀ ਹੈ ਜਿਹੜੀ ਗਹਿਰੇ ਸਦਮੇ ਦੇ ਵਿੱਚ ਹੈ, ਮਾਤਾ ਜੀ ਗਹਿਰੇ ਸਦਮੇ ਦੇ ਵਿੱਚ ਆ, ਉਹ ਗੱਲਬਾਤ ਨਹੀਂ ਕਰ ਪਾ ਰਹੇ ਸੀ। ਬੱਚਾ ਛੋਟਾ ਹੈ, ਉਸਦੇ ਭਰਾ ਦੇ ਨਾਲ ਗੱਲਬਾਤ ਕੀਤੀ ਹੈ। ਉਹਨਾਂ ਨੇ ਦੱਸਿਆ ਕਿ ਸਭ ਤੋਂ ਵੱਡਾ ਕਾਰਨ ਆਰਥਿਕ ਤੰਗੀ ਹੈ। ਲੋਕਡਾਊਨ ਦੌਰਾਨ ਕੰਮਕਾਜ ਬੰਦ ਨੇ। ਜਿਸ ਦੁਕਾਨ ਤੇ ਕੰਮ ਕਰਦਾ ਸੀ ਉਸ ਦੁਕਾਨਦਾਰ ਨੇ ਉਸ ਨੂੰ ਕੰਮ ਤੋਂ ਜਵਾਬ ਦੇ ਦਿੱਤਾ। ਇਸ ਕਾਰਨ ਉਸ ਦਾ ਕੋਈ ਕੰਮਕਾਰ ਨਹੀਂ ਚੱਲ ਰਿਹਾ ਸੀ। ਸਿਰ ਤੇ ਜਿਹੜੀ ਕਰਜ਼ੇ ਦੀ ਪੰਡ ਭਾਰੀ ਸੀ, ਵਿਆਜ ਵੀ ਨਹੀਂ ਮੁੜ ਪਾ ਰਿਹਾ ਸੀ। ਇਸ ਸੰਬੰਧੀ ਇੱਥੋਂ ਦੇ ਸਮਾਜ ਸੇਵੀ ਮਨਦੀਪ ਮੰਨਾ ਨਾਲ ਵੀ ਗੱਲਬਾਤ ਕੀਤੀ ਆ। ਉਹਨਾਂ ਕਿਹਾ ਕਿ ਅਸੀਂ ਪਹਿਲਾਂ ਵੀ ਦੱਸਿਆ ਸੀ ਕਿ ਉਹਨੇ ਲੋਕ ਬਿਮਾਰੀ ਦੇ ਕਾਰਨ ਨਹੀਂ ਮਰ ਰਹੇ ਜਿੰਨੇ ਲੋਕ ਆਰਥਿਕ ਤੰਗੀ ਦੇ ਕਾਰਨ ਮਰ ਰਹੇ ਆ। ਲੋਕਾਂ ਨੂੰ ਵੱਡੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਸੋ ਦਰਸ਼ਕੋ, ਅਸੀਂ ਸਮੂਹ ਦਰਸ਼ਕਾਂ ਨੂੰ ਅਪੀਲ ਕਰਦੇ ਹਾਂ, ਦੇਸ਼ ਦੇ ਵਿੱਚ ਵਸਦੇ ਜਿੰਨੇ ਲੋਕ ਨੇ, ਪੰਜਾਬੀਆਂ ਨੂੰ, ਪੰਜਾਬ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਖੁਦਕੁਸ਼ੀ ਕਿਸੇ ਵੀ ਮਸਲੇ ਦਾ ਹੱਲ ਨਹੀਂ। ਤੁਸੀਂ ਲੋਕਡਾਊਨ ਦੌਰਾਨ ਆਪਣੇ ਘਰਾਂ 'ਚ ਰਹੋ। ਸਮਾਜ ਸੇਵੀ ਸੰਸਥਾਵਾਂ ਤੁਹਾਡੀ ਮਦਦ ਕਰ ਰਹੀਆਂ, ਸਰਕਾਰ ਵੀ ਪੂਰੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਐਸਾ ਰਾਹ ਅਖਤਿਆਰ ਨਾ ਕਰੋ ਕਿਉਂਕਿ ਬਾਅਦ ਦੇ ਵਿੱਚ ਪਰਿਵਾਰ ਰੁਲ ਜਾਂਦੇ। ਅੱਜ ਉਸ ਪਰਿਵਾਰ ਦਾ ਬੁਰਾ ਹਾਲ ਹੈ, ਰੋ ਰੋ ਕੇ ਪਰਿਵਾਰ ਤਾਹਾਂ ਮਾਰ ਰਿਹਾ। ਉਹ ਜੋ ਵਿਅਕਤੀ ਇਸ ਸੰਸਾਰ ਤੋਂ ਚਲਾ ਗਿਆ, ਪਰਿਵਾਰ ਨੂੰ ਛੱਡ ਕੇ ਚਲਾ ਗਿਆ, ਉਹ ਦੁਬਾਰਾ ਵਾਪਸ ਨਹੀਂ ਆਉਣਾ। ਅਸੀਂ ਸਮੂਹ ਦਰਸ਼ਕਾਂ ਨੂੰ ਅਪੀਲ ਕਰਦੇ ਹਾਂ ਕਿ ਕਦੇ ਵੀ ਜ਼ਿੰਦਗੀ 'ਚ ਭੁੱਲ ਕੇ ਅਜਿਹਾ ਫੈਸਲਾ ਨਾ ਕਰੋ ਜਿਸ ਨਾਲ ਸਾਰੀ ਜ਼ਿੰਦਗੀ ਪਰਿਵਾਰ ਤੜਫਦਾ ਰਹੇ। ਸੋ ਜੇਕਰ ਦਰਸ਼ਕੋ ਤੁਹਾਡੇ ਧਿਆਨ ਦੇ ਵਿੱਚ ਕੋਈ ਅਜਿਹਾ ਮਸਲਾ ਆਉਂਦਾ ਜੋ ਅਸੀਂ ਜਨਤਕ ਕਰ ਸਕਦੇ ਹਾਂ ਜਾਂ ਉਸ ਮਸਲੇ ਨੂੰ ਹੱਲ ਵੱਲ ਜਾ ਸਕਦੇ ਹਾਂ, ਜਾਂ ਤੁਹਾਡੇ 'ਚ ਵੱਖਰੀ ਕਰ ਦਿਖਾਉਣ ਦਾ ਕੋਈ ਜਜ਼ਬਾ ਹੈ ਜਾਂ ਤੁਹਾਡੇ 'ਚ ਹੈ ਕੋਈ ਟੈਲੈਂਟ, ਤਾਂ ਤੁਸੀਂ ਸਾਡੇ ਨਾਲ ਸਿੱਧਾ ਸੰਪਰਕ ਜ਼ਰੂਰ ਕਰੋ। ਸਾਡੇ ਨਾਲ ਸੰਪਰਕ ਕਰਨ ਲਈ ਸਾਡਾ ਨੰਬਰ ਨੋਟ ਕਰੋ 98782 83334। ਇੱਕ ਵਾਰ ਫਿਰ ਨੰਬਰ ਨੋਟ ਕਰੋ 98782 83334। ਨੰਬਰ ਤੇ ਤੁਸੀਂ ਮੇਰੇ ਨਾਲ ਸਿੱਧਾ ਸੰਪਰਕ ਕਰ ਸਕਦੇ ਹੋ। ਅੱਜ ਲਈ ਬਸ ਇੰਨਾ ਹੀ। ਮੈਨੂੰ ਤੇ ਮੇਰੇ ਸਹਿਯੋਗੀ ਸਵਰਨਜੀਤ ਸਿੰਘ ਨੂੰ ਦਿਓ ਇਜਾਜ਼ਤ। ਤੁਸੀਂ ਦੇਖਦੇ ਰਹੋ ਹਮਦਰਦ ਟੀਵੀ। ਧੰਨਵਾਦ।